Muta is brought to you by KK Insurance. For all commercial and personal insurance needs, call 1-866-554-6799 or go to www.kkquote.com. जस पंजाबी दे सूझवान ਅਤੇ ਦਾਨਿਸ਼ਵਰ ਦਰਸ਼ਕਾਂ ਦੇ रूबरू ਅੱਜ ਮੁੱਦਾ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹਾਂ। ਸਭ ਦੀ ਖਬਰ ਲੈ, ਸਭ ਨੂੰ ਖਬਰ ਦੇ, ਖਬਰਾਂ ਦੀ ਖਬਰ ਲੈ। ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਜੋ ਕਿ ਬਹੁਤ ਤੇਜ਼ੀ ਦੇ ਨਾਲ ਚਾਰੇ ਪਾਸੇ ਵਰਤ ਰਹੀਆਂ ਹਨ ਔਰ ਕੱਲ੍ਹ ਦੀਆਂ ਖਬਰਾਂ, ਕੱਲ੍ਹ ਦੀਆਂ ਘਟਨਾਵਾਂ, ਅੱਜ ਦੀਆਂ ਖਬਰਾਂ, ਅੱਜ ਦੀਆਂ ਖਬਰਾਂ, ਕੱਲ੍ਹ ਦਾ ਇਤਿਹਾਸ। ਜੋ ਕੁਛ ਵਾਪਰਦਾ ਹੈ ਉਹ ਸਾਡੇ ਨਾਲ ਵੀ ਸੰਬੰਧ ਰੱਖਦਾ ਹੈ। ਉਹਨਾਂ ਦੇ ਉੱਤੇ ਨੀਝ ਲਾ ਕੇ ਆਪਣੇ ਸੰਬੰਧਿਤ ਖਬਰਾਂ ਨੂੰ ਵਾਚਣਾ ਲਾਹੇਵੰਦ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪ੍ਰੋਗਰਾਮ ਦੇ ਮਨਸ਼ਾ ਦੇ ਮੁਤਾਬਕ, ਫਾਰਮੈਟ ਦੇ ਮੁਤਾਬਕ ਅਸੀਂ ਆਪ ਨਾਲ ਕੁਝ ਚੋਣਵੀਆਂ ਸੁਰਖੀਆਂ ਸਾਂਝੀਆਂ ਕਰਾਂਗੇ ਜਿਨ੍ਹਾਂ ਦੇ ਲਈ ਆਪ ਦਾ ਤਲਕ ਹੈ ਔਰ ਉਸ ਦੇ ਬਾਅਦ ਅੱਜ ਦੇ ਖਾਸ ਮੁੱਦੇ ਦੇ ਉੱਤੇ ਜੋ ਕਿ ਬਹੁਤ ਹੀ ਅਹਿਮ ਹੈ ਸਾਡੇ ਦੇਸ਼ ਵਿੱਚ। ਦੇਸ਼ ਦਾ ਕੋਈ ਐਸਾ ਹਿੱਸਾ ਨਹੀਂ ਜਿਸ ਦੇ ਵਿੱਚ ਇਹ ਮੁੱਦਾ ਪਾਰੂ ਨਹੀਂ ਹੈ। ਉਹ ਹੈ ਜ਼ਾਤ ਪਾਤ ਦਾ ਨਾਸੂਰ ਔਰ ਉਸ ਦੇ ਹਵਾਲੇ ਦੇ ਨਾਲ ਇੱਕ ਫਿਲਮ ਜੋ ਆਈ ਹੈ ਉਸ ਦੇ ਉੱਤੇ ਪਾਬੰਦੀ ਲਗਾਈ ਗਈ ਔਰ ਪਾਬੰਦੀ ਲਗਾਉਣ ਦੇ ਬਾਅਦ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਇਸ ਦੇ ਉੱਤੇ ਪਾਬੰਦੀ ਲਗਾਈ ਜਾਏ, ਉਹਨਾਂ ਨੇ ਹੀ ਮੁੜ ਉਹਨਾਂ ਦੇ ਸੂਝਵਾਨ ਜਿਹੜਾ ਕੈਡਰ ਸੀ ਉਸ ਨੇ ਕਿਹਾ ਕਿ ਇਹ ਪਾਬੰਦੀ ਨਹੀਂ ਲੱਗਣੀ ਚਾਹੀਦੀ। ਇਹ ਇੱਕ ਬੜੀ ਵਿਚਿੱਤਰ ਜੀ ਹਾਲਤ ਹੈ, ਬੜੀ ਵਿਚਿੱਤਰ ਸਥਿਤੀ ਹੈ, ਪਰ ਨਾਲ ਹੀ ਇਹ ਇੱਕ ਲਖਾਇਕ ਹੈ ਕਿ ਸਾਡੀ ਸੂਝ-ਬੂਝ ਦਾ ਲੈਵਲ ਵੀ ਸਮੇਂ ਦੇ ਹਾਣ ਨਾਲ ਅੱਗੇ ਵੱਧਦਾ ਜਾ ਰਿਹਾ ਹੈ। ਅੱਜ ਦੀਆਂ ਜੋ ਮੁੱਖ ਸੁਰਖੀਆਂ ਹਨ ਉਹਨਾਂ ਦੇ ਵਿੱਚ ਪਹਿਲੀ ਸੁਰਖੀ ਜੋ ਪੰਜਾਬ ਤੋਂ ਹੈ, ਪੰਜਾਬ ਪੀਪਲਸ ਪਾਰਟੀ, ਉਸ ਦੇ ਫਾਊਂਡਰ ਮੈਂਬਰ ਸਰਦਾਰ ਨਿਧੜਕ ਸਿੰਘ ਬਰਾੜ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਪੰਜਾਬ ਪੀਪਲਸ ਪਾਰਟੀ ਦੇ ਮੋਢੀ ਮੈਂਬਰਾਂ ਦੇ ਵਿੱਚ ਸ਼ਾਮਲ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਉਹਨਾਂ ਨੇ ਇਸ ਪਾਰਟੀ ਨੂੰ ਛੱਡ ਕੇ ਮੁੜ ਵਾਪਸ ਆਪਣੀ ਓਰੀਜਨਲ ਪਾਰਟੀ ਵਿੱਚ ਜਾਣ ਦਾ ਐਲਾਨ ਕੀਤਾ। ਕੁਦਰਤੀ ਹੈ, ਜ਼ਾਹਿਰ ਹੈ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਪਰ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਨਵੀਂ ਪਾਰਟੀ ਤੋਂ ਜੋ ਆਸਾਂ ਉਮੀਦਾਂ ਸਨ ਉਹ ਪੂਰੀਆਂ ਨਹੀਂ ਹੋਈਆਂ। ਉਹ ਇੱਕ ਕਿਚਨ ਕੈਬਨਿਟ ਬਣ ਕੇ ਰਹਿ ਗਈ ਹੈ ਔਰ ਉਸ ਦੇ ਸੰਵਿਧਾਨ ਨੂੰ ਵੀ ਕੁਝ ਬੰਦਿਆਂ ਦੇ ਔਰ ਕੁਝ ਵਿਅਕਤੀਆਂ ਔਰ ਪਰਿਵਾਰਾਂ ਨੂੰ ਹੀ ਥਾਂ ਦੇਣ ਲਈ ਉਸ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਦੂਸਰੀ ਸੁਰਖੀ ਜੋ ਅੱਜ ਦੀ ਹੈ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਉਹਨਾਂ ਦਾ ਇੱਕ ਜੋ ਅਪਰੂਵਲ ਰੇਟਿੰਗ ਹੁੰਦਾ ਹੈ, ਏਜੰਸੀਜ਼ ਹਨ ਜਿਹੜੀਆਂ ਇਸ 'ਤੇ ਸਰਵੇ ਕਰਦੀਆਂ ਹਨ ਸਮੇਂ-ਸਮੇਂ ਦੇ ਉੱਤੇ ਔਰ ਅੱਜ ਦੁਨੀਆ ਦੇ ਰਾਜਨੀਤਿਕ ਲੋਕ ਇਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਂਦੇ ਹਨ। ਇਹ ਇੱਕ ਕਿਸਮ ਦਾ ਜਿਵੇਂ ਸ਼ੇਅਰ ਮਾਰਕੀਟ ਦਾ ਸੂਚਕਾਂਕ ਹੁੰਦਾ ਹੈ, ਉਹ ਇੱਕ ਬੈਰੋਮੀਟਰ ਦੀ ਤਰ੍ਹਾਂ, ਇੱਕ ਥਰਮੋਮੀਟਰ ਦੀ ਤਰ੍ਹਾਂ ਜਿਵੇਂ ਪੈਮਾਨਾ ਵੱਧਦਾ ਘਟਦਾ ਹੈ। ਜੌਬਸ, ਨੌਕਰੀਆਂ, ਉਹਨਾਂ ਦੇ ਹਵਾਲੇ ਦੇ ਨਾਲ ਜੋ ਕਿ ਮਈ ਦੇ ਵਿੱਚ 35% ਸੀ,
ਅੱਜ ਉਹ ਘਟ ਕੇ 24% ਰਹਿ ਗਿਆ ਹੈ। ਇਹ ਬਹੁਤ ਹੀ ਗੰਭੀਰ ਇੱਕ ਐਡਮਿਨਿਸਟ੍ਰੇਟਿਵ ਹਾਲਾਤ ਪੈਦਾ ਕਰਦੀ ਹੈ ਔਰ ਇਸ ਦੇ ਉੱਤੇ ਓਬਾਮਾ ਸਾਹਿਬ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆਂ ਐਲਾਨ ਕੀਤਾ ਹੈ ਕਿ ਸਤੰਬਰ ਵਿੱਚ ਹੋਣ ਵਾਲੀ ਉਹਨਾਂ ਦੇ ਅਹਿਮ ਭਾਸ਼ਣ ਦੇ ਵਿੱਚ ਇਸ ਮੁੱਦੇ ਦੇ ਬਾਰੇ ਵਿਸਥਾਰ ਸਹਿਤ ਉਹ ਗੱਲਬਾਤ ਕਰਨਗੇ। ਦੂਸਰੀ ਜਿਹੜੀ ਖਬਰ ਹੈ, ਸੁਰਖੀ ਹੈ, ਉਹ ਹੈ ਜਨ ਗਣ ਮਨ ਅਧਿਨਾਇਕ ਜੈ ਹੈ ਭਾਰਤ ਭਾग्य ਵਿਧਾਤਾ। ਇਹ ਭਾਰਤ ਦਾ ਨੈਸ਼ਨਲ ਐਂਥਮ ਹੈ, ਰਾਸ਼ਟਰਗਾਨ ਹੈ ਔਰ ਹਰ ਥਾਂ ਦੇ ਉੱਤੇ ਗਾਇਆ ਜਾਂਦਾ ਹੈ। ਇਸ ਦੇ ਵਿੱਚ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵਿੜ, ਉਤਕਲ, ਬੰਗਾ, ਇਹ ਹਿੰਦੁਸਤਾਨ ਦੇ ਇਲਾਕਿਆਂ ਦਾ, ਭੂਗੋਲਿਕ ਇਲਾਕਿਆਂ ਦਾ ਜ਼ਿਕਰ ਹੈ। ਪ੍ਰੋਫੈਸਰ ਸ਼੍ਰੀਕਾਂਤ ਨਾਂ ਦੇ ਇੱਕ ਵਿਅਕਤੀ ਨੇ ਬੰਬੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਔਰ ਉਸ ਦੇ ਵਿੱਚ ਇਹ ਮੰਗ ਕੀਤੀ ਕਿ ਇਹ ਜੋ ਰਾਸ਼ਟਰਗਾਨ ਹੈ ਇਸ ਦੇ ਵਿੱਚ ਸਿੰਧ ਲਫ਼ਜ਼ ਜੋ ਸ਼ਾਮਲ ਹੈ, ਕਿਉਂਕਿ 1947 ਦੇ ਵਿੱਚ ਸਿੰਧ ਭਾਰਤ ਦਾ ਹਿੱਸਾ ਨਹੀਂ ਰਿਹਾ, ਇਸ ਕਰਕੇ ਇਹ ਲਫ਼ਜ਼ ਨਹੀਂ ਹੋਣਾ ਚਾਹੀਦਾ। ਹੈਰਾਨੀ ਹੈ ਉਸ ਦੇ ਉੱਤੇ ਬੰਬੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ, ਡਿਵੀਜ਼ਨ ਬੈਂਚ ਹੁੰਦਾ ਹੈ ਜਿਹਦੇ 'ਚ 2 ਜੱਜਸ ਹੁੰਦੇ ਹੈ, DB ਉਸ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਇੱਕ ਮਾਨਯੋਗ ਜੱਜ ਰੰਜਨਾ ਦੇਸਾਈ ਅਤੇ ਦੂਸਰੇ ਜੱਜ ਜਸਟਿਸ RG ਕੇਤਕਰ ਸਨ। ਉਹਨਾਂ ਨੇ ਯੂਨੀਅਨ ਗਵਰਨਮੈਂਟ ਯਾਨੀ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਅਗਰ ਇਹ ਗਲਤੀ ਹੈ ਤਾਂ ਇਸ ਨੂੰ ਕਿਉਂ ਨਹੀਂ ਦੂਰ ਕੀਤਾ ਜਾਂਦਾ। ਅਖਬਾਰੀ ਹਵਾਲਿਆਂ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਦਰਅਸਲ ਇਹ ਜੋ ਰਾਸ਼ਟਰਗਾਨ ਹੈ ਇਹ 1919 ਵਿੱਚ ਰਵਿੰਦਰਨਾਥ ਟੈਗੋਰ ਨੇ ਜਾਰਜ ਪੰਚਮ ਬਾਦਸ਼ਾਹ ਦੇ ਹਿੰਦੁਸਤਾਨ ਆਉਣ ਦੀ ਆਮਦ ਵਿੱਚ ਉਹਨਾਂ ਦੇ ਸਨਮਾਨ ਵਿੱਚ ਇਹ ਲਫ਼ਜ਼, ਇਹ ਗਾਨ ਲਿਖਿਆ ਸੀ ਔਰ ਜਿਸ ਦੇ ਵਿੱਚ ਉਹਨਾਂ ਨੂੰ ਜਨ ਗਣ ਮਨ ਅਧਿਨਾਇਕ ਜੈ ਹੈ ਭਾਰਤ ਭਾग्य ਵਿਧਾਤਾ, ਭਾਰਤ ਦੇ ਭਾग्य ਦੇ ਵਿਧਾਤਾ ਤੁਸੀਂ ਜਾਰਜ ਪੰਚਮ ਹੋ। ਇਸ ਦੇ ਵਿੱਚ ਬ੍ਰਿਟਿਸ਼ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਸੀ, ਸੂਬੇ ਸਨ, ਉਹਨਾਂ ਨੂੰ ਤਾਂ ਸ਼ਾਮਿਲ ਕੀਤਾ ਗਿਆ, ਪਰ ਜਿਨ੍ਹਾਂ ਦੇ ਉੱਤੇ ਬ੍ਰਿਟਿਸ਼ ਇੰਡੀਆ ਦਾ ਡਾਇਰੈਕਟਲੀ ਸਿੱਧੇ ਕਬਜ਼ਾ ਨਹੀਂ ਸੀ ਬਲਕਿ ਪ੍ਰਿੰਸਲੀ ਸਟੇਟ ਸਨ, ਉਹਨਾਂ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਦੇ ਵਿੱਚ ਅਰਬ ਸਾਗਰ ਦਾ ਜਾਂ ਹਿੰਦ ਮਹਾਸਾਗਰ ਦਾ ਜ਼ਿਕਰ ਕੀਤਾ ਗਿਆ, ਜੋ ਕਿ ਉਹ ਇਲਾਕਾ ਉਸ ਵੇਲੇ ਪੁਰਤਗੀਜ਼ ਦੇ ਅੰਡਰ ਸੀ ਔਰ ਨਾਲ ਹੀ ਇਸ ਦੇ ਵਿੱਚ ਕੇਰਲਾ ਜਾਂ ਹੋਰ ਕਈ ਕਸ਼ਮੀਰ ਵਗੈਰਾ ਦਾ ਵੀ ਜ਼ਿਕਰ ਨਹੀਂ ਸੀ। ਇਹ ਹੁਣ ਇੱਕ ਨਵੀਂ ਬਹਿਸ ਨੂੰ ਜਨਮ ਦੇਵੇਗਾ ਕਿ ਕਈ ਸੂਬਿਆਂ ਦਾ ਜ਼ਿਕਰ ਹੈ, ਕਈਆਂ ਦਾ ਨਹੀਂ ਹੈ, ਪਰ ਕੀ ਇਹ ਮਸਲਾ ਇੰਨਾ ਵੱਡਾ ਸੀ ਕਿ ਇਸ ਨੂੰ ਛੇੜਿਆ ਗਿਆ ਹੈ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਖਬਰ, ਬਹੁਤ ਛੋਟੀ ਜੀ ਖਬਰ ਹੈ ਪਰ ਬਹੁਤ ਗੰਭੀਰ ਹੈ। ਕਸ਼ਮੀਰ ਦੇ ਵਿੱਚ, ਜੰਮੂ ਐਂਡ ਕਸ਼ਮੀਰ ਦੇ ਵਿੱਚ 25 ਸਾਲ ਤੋਂ ਇੱਕ ਰੇਲਵੇ ਲਾਈਨ ਪੂਰੇ ਉਤਲੇ ਇਲਾਕਿਆਂ ਤੱਕ ਬਣਾਉਣ ਦਾ ਕਾਰਜ ਆਰੰਭਿਆ ਗਿਆ ਸੀ ਔਰ ਜਿਹੜੀ ਕਿ 345 ਕਿਲੋਮੀਟਰ ਜਾਂ 215 ਮੀਲ ਦੀ ਉਹ ਲੰਬਾਈ ਸੀ। 25 ਸਾਲ ਹੋਣ ਦੇ ਬਾਵਜੂਦ ਉਸ ਦਾ ਕੇਵਲ 1/4 ਹਿੱਸਾ ਹੀ ਮੁਕੰਮਲ ਹੋ ਚੁੱਕਾ ਹੈ। ਪਰ ਦੂਸਰੇ ਪਾਸੇ ਚੀਨ ਨੇ ਆਪਣੇ ਇਲਾਕੇ ਦੇ ਵਿੱਚ ਜਾਂ ਮਕਬੂਜ਼ਾ ਇਲਾਕੇ, ਜਿਹੜਾ ਕਿ ਕਬਜ਼ੇ ਵਾਲਾ ਇਲਾਕਾ ਸੀ, ਔਰ ਉਸ ਦੇ ਵਿੱਚ ਉਹਨਾਂ ਨੇ ਸੜਕੀ ਔਰ ਦੂਸਰੀ ਆਵਾਜਾਈ ਤਿੱਬਤ ਔਰ ਕਸ਼ਮੀਰ ਦੇ ਵਿੱਚ ਬਹੁਤ ਹੀ ਪੂਰੇ ਮਿਲਟਰੀ ਦੇ ਹਿਸਾਬ ਦੇ ਨਾਲ, ਫੌਜੀ ਪੈਮਾਨਿਆਂ ਦੇ ਹਿਸਾਬ ਦੇ ਨਾਲ ਉਹ ਕੰਪਲੀਟ ਕਰ ਲਈ ਹੈ ਔਰ ਜਿਹੜਾ ਕਿ ਕਾਫੀ ਗੰਭੀਰ ਚਿੰਤਾ ਦੀ ਗੱਲ ਮੰਨਿਆ ਜਾ ਰਿਹਾ ਹੈ। ਸੋ ਇਹ ਸਨ ਕੁਝ ਚੋਣਵੀਆਂ ਖਬਰਾਂ ਹੋਰ ਵੀ ਹਨ, ਅਸੀਂ ਆਪ ਨਾਲ ਸਮਾਂ ਹੋਣ 'ਤੇ ਸਾਂਝੀਆਂ ਕਰਾਂਗੇ, ਜਿਨ੍ਹਾਂ ਵਿੱਚ ਜਸਟਿਸ ਸੁਮਿਤਰਾ ਸੇਨ ਜਿਹੜੇ ਬੰਗਾਲ ਹਾਈ ਕੋਰਟ ਦੇ
ਕਲਕੱਤਾ ਹਾਈ ਕੋਰਟ ਦੇ ਜੱਜ ਸਨ। ਉਹਨਾਂ ਦੀ ਸੁਣਵਾਈ ਰਾਜ ਸਭਾ ਦੇ ਵਿੱਚ ਸ਼ੁਰੂ ਹੋਈ ਹੈ ਔਰ ਉਹ ਆਪਣੀ ਸਫਾਈ ਖੁਦ ਪੇਸ਼ ਕਰ ਰਹੇ ਹਨ ਔਰ ਨਾਲ ਹੀ ਉਹ ਸਿੱਧੀ ਉਂਗਲ ਚੁੱਕ ਰਹੇ ਹਨ ਭਾਰਤ ਦੇ ਸਾਬਕਾ ਚੀਫ ਜਸਟਿਸ ਮਿਸਟਰ ਜਸਟਿਸ KG ਬਾਲਾ ਕ੍ਰਿਸ਼ਨਨ ਦੇ ਉੱਤੇ ਕਿ ਉਹਨਾਂ ਦੇ ਰਾਜਕਾਲ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ, ਮੇਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਇੱਕ ਜੱਜ ਦੇ ਚੈਂਬਰ ਦੇ ਬਾਹਰ 15 ਲੱਖ ਰੁਪਇਆ ਛੱਡ ਗਿਆ। CBI ਉਸ ਦੀ ਇਨਕੁਆਇਰੀ ਕਰਨਾ ਚਾਹੁੰਦੀ ਸੀ, ਪ੍ਰੋਸੀਕਿਊਟ ਕਰਨਾ ਚਾਹੁੰਦੀ ਸੀ, ਪਰ KG ਬਾਲਾ ਕ੍ਰਿਸ਼ਨਨ ਨੇ ਇਜਾਜ਼ਤ ਨਹੀਂ ਦਿੱਤੀ। ਇਸ ਦੇ ਨਾਲ ਉਹਨਾਂ ਨੇ ਹੋਰ ਵੀ ਹਵਾਲੇ ਦਿੱਤੇ ਕਿ ਇਲਾਹਾਬਾਦ ਹਾਈ ਕੋਰਟ ਦਾ ਪ੍ਰੋਵੀਡੈਂਟ ਫੰਡ ਦਾ ਸਕੈਂਡਲ ਹੋਇਆ, KG ਬਾਲਾ ਕ੍ਰਿਸ਼ਨਨ ਨੇ ਉਸ ਦੀ ਵੀ ਇਜਾਜ਼ਤ ਨਹੀਂ ਦਿੱਤੀ। ਇਹ ਹੁਣ ਨਿਰਭਰ ਕਰੇਗਾ ਰਾਜ ਸਭਾ ਦੇ ਉੱਤੇ। ਇੱਕ ਪਾਸੇ ਜਦੋਂ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਬਣ ਕੇ ਉਭਰਿਆ ਹੈ ਔਰ ਜਸਟਿਸ ਸੇਨ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਤਹਿਤ ਰਾਜ ਸਭਾ ਦੇ ਵਿੱਚ ਕੇਸ ਚੱਲ ਰਿਹਾ ਹੈ। ਇਸ ਦੀ ਕੀ ਆਊਟਕਮ ਹੁੰਦਾ ਹੈ, ਇਹ ਕਾਫੀ ਦਿਲਚਸਪੀ ਦਾ ਵਾਇਸ ਹੋਏਗਾ। ਹੁਣ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੋਵਾਂਗੇ। ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਕਿ ਵਕਫੇ ਤੋਂ ਪਹਿਲਾਂ ਅਸੀਂ ਆਪ ਨੂੰ ਦੱਸਿਆ ਸੀ ਕਿ ਆਪਣੇ ਸੀਨੀਅਰ ਮਿੱਤਰ ਪੱਤਰਕਾਰ ਸਰਦਾਰ IP ਸਿੰਘ ਜੋ ਕਿ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਹਨ ਔਰ ਜਿਹੜੇ ਗੰਭੀਰ ਮਸਲਿਆਂ ਦੇ ਉੱਤੇ ਕਾਫੀ ਨਿੱਠ ਕੇ ਉਹਦੇ 'ਤੇ ਕੰਮ ਕਰਦੇ ਹਨ। ਜਿਹੜੀ ਅਸੀਂ ਆਪ ਨੂੰ ਜ਼ਾਤ ਪਾਤ 'ਤੇ ਆਧਾਰਿਤ ਇੱਕ ਫਿਲਮ ਰਿਜ਼ਰਵੇਸ਼ਨ, ਉਹਨਾਂ ਨੂੰ ਜਿਹੜੀ ਸੰਵਿਧਾਨ ਨੇ ਰਿਜ਼ਰਵੇਸ਼ਨ ਦਿੱਤੀ ਹੈ ਨੀਵੀਆਂ ਤਥਾ ਕਥਿਤ ਅਛੂਤ ਜਾਤੀਆਂ ਜਾਂ ਉਹਨਾਂ ਦੇ ਬਾਰੇ ਜਿਹੜੀ ਰਿਜ਼ਰਵੇਸ਼ਨ ਦੀ ਪਾਲਿਸੀ ਸੀ ਜਿਹੜੀ ਸੰਵਿਧਾਨ ਨੇ ਦਿੱਤੀ ਹੋਈ ਹੈ, ਇਹ ਦਰਅਸਲ ਬਾਰ-ਬਾਰ ਅਦਾਲਤਾਂ ਵੀ ਕਹਿ ਚੁੱਕੀਆਂ ਹਨ ਕਿ ਰਿਜ਼ਰਵੇਸ਼ਨ ਦੇਣੀ ਕਿਸੇ ਕਾਸਟ ਨੂੰ, ਕਿਸੇ ਪਰਟੀਕੂਲਰ ਕਲਾਸ ਨੂੰ ਇਹ ਕੋਈ ਵਿਤਕਰਾ ਨਹੀਂ ਬਲਕਿ ਇੱਕ ਬਰਾਬਰੀ ਲਿਆਉਣ ਦਾ ਇੱਕ ਸਾਧਨ ਹੈ ਔਰ ਇਹ ਮਸਲਾ ਇਤਨਾ ਗੰਭੀਰ ਹੈ ਕਿ ਸਾਰੇ ਹਿੰਦੁਸਤਾਨ ਵਿੱਚ ਥਾਂ ਪਰ ਥਾਂ ਇਸ ਦੇ ਉੱਤੇ ਬਹੁਤ ਕੁਝ ਹੁੰਦਾ ਰਹਿੰਦਾ ਹੈ। ਹੁਣ ਪ੍ਰਕਾਸ਼ ਝਾ ਦੀ ਇੱਕ ਫਿਲਮ ਆਈ ਆਰਕਸ਼ਣ, ਜਿਸ ਦਾ ਮਤਲਬ ਹੁੰਦਾ ਹੈ ਰਿਜ਼ਰਵੇਸ਼ਨ, ਔਰ ਉਸ ਦੇ ਉੱਤੇ ਕਾਫੀ ਹੰਗਾਮਾ ਹੋਇਆ। ਸਭ ਤੋਂ ਪਹਿਲਾਂ ਮਈ ਦੇ ਵਿੱਚ ਹੀ ਇਸ ਦੇ ਉੱਤੇ ਭੋਪਾਲ ਦੇ ਵਿੱਚ ਜਿਹੜਾ ਸੈੱਟ ਸੀ ਉਸ ਦੇ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਉਹਦੇ ਬਾਅਦ UP, ਪੰਜਾਬ ਔਰ ਉਹਨਾਂ ਦੇ ਉੱਤੇ ਔਰ ਆਂਧਰਾ ਪ੍ਰਦੇਸ਼ ਵਿੱਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਸ਼ੁਰੂ ਦੇ ਵਿੱਚ ਉਹਨਾਂ ਦੀ ਆਪਣੀ ਮੰਗ ਸੀ, ਪਰ ਇਸ ਦੇ ਬਾਅਦ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ, ਉਹਨਾਂ ਦੇ ਮਿਸਟਰ PL ਪੁਨੀਆ ਜਿਹੜੇ ਚੇਅਰਮੈਨ ਹਨ, ਉਹਨਾਂ ਨੇ ਆਪਣਾ ਨਿਰਣਾ ਦਿੱਤਾ ਕਿ ਓਵਰਆਲ ਪੂਰੇ ਸਮੁੱਚੇ ਤੌਰ ਦੇ ਉੱਤੇ ਇਸ ਵਿੱਚ ਕੋਈ ਗਲਤ ਨਹੀਂ ਹੈ। ਹਾਂ, ਇਸ ਦੇ ਵਿੱਚ ਕੁਝ ਐਸੇ ਵਾਰਤਾਲਾਪ ਹੈ, ਡਾਇਲੌਗਸ ਹਨ ਜਿਹੜੇ ਕਿ ਥੋੜ੍ਹੇ ਜ਼ਿਆਦਾ ਐਂਟੀ ਰਿਜ਼ਰਵੇਸ਼ਨ ਜਾਂ ਐਂਟੀ ਸ਼ਡਿਊਲ ਕਾਸਟ ਹਨ। ਇਸ ਦੇ ਉੱਤੇ ਪਾਬੰਦੀ ਲੱਗੀ, ਪਰ ਹੁਣ ਜਿਹੜਾ ਉਹਨਾਂ ਦਾ ਸੂਝਵਾਨ ਤਬਕਾ ਹੈ ਜਿਹੜੇ ਪ੍ਰਭਾਵਿਤ ਹਨ, ਉਹ ਚਾਹੁੰਦੇ ਹਨ ਕਿ ਇਸ ਮੁੱਦੇ ਦੇ ਉੱਤੇ ਖੁੱਲ੍ਹੇਆਮ ਬਹਿਸ ਹੋਏ। ਇਹ ਸਾਰਾ ਮਸਲਾ ਕੀ ਹੈ, ਜਿਹਦੇ ਉੱਤੇ ਪੂਰਾ ਵਿਸ਼ਲੇਸ਼ਣ ਸਰਦਾਰ IP ਸਿੰਘ ਜਿਨ੍ਹਾਂ ਨੇ ਪਹਿਲੇ ਵੀ ਕੀਤਾ ਹੈ, ਉਹ ਅੱਜ ਸਾਡੇ ਨਾਲ ਦਰਸ਼ਕਾਂ ਦੇ ਰੂਬਰੂ ਹਨ। IP ਸਿੰਘ ਜੀ, ਇਸ ਜਸ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡੇ ਸ਼ਾਮਲ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਔਰ ਤੁਹਾਨੂੰ ਜੀ ਆਇਆਂ ਨੂੰ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਹਾਂਜੀ IP ਸਿੰਘ ਜੀ, ਇਹ ਸਾਰਾ ਮਸਲਾ ਕੀ ਕੇਵਲ ਰਿਜ਼ਰਵੇਸ਼ਨ, ਕੀ ਕੇਵਲ ਉਹ ਤਥਾ ਕਥਿਤ ਨੀਵੀਆਂ ਜਾਤੀਆਂ ਦਾ ਮਸਲਾ ਹੈ, ਜਾਂ ਕੋਈ ਬਹੁਤ ਵੱਡੇ ਪਰਿਪੇਖ ਵਿੱਚ
ਇਹ ਬਹੁਤ ਵੱਡਾ ਇੱਕ ਰਾਜਨੀਤਿਕ ਮਸਲਾ ਹੈ ਜਾਂ ਰਾਜਨੀਤਿਕ ਮਸਲਾ ਬਣਨ ਦਾ ਇਸ ਦੇ ਵਿੱਚ ਸਮਰੱਥਾ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਇਸ ਤੋਂ ਪਹਿਲੇ ਅਸੀਂ ਵੇਖ ਚੁੱਕੇ ਹਾਂ ਕਿ ਇਸ ਮਸਲੇ ਨੇ ਕਿਤਨਾ ਵੱਡਾ ਨੁਕਸਾਨ ਸਾਰੇ ਮੁਲਕ ਦੇ ਵਿੱਚ ਕੀਤਾ ਹੈ ਔਰ ਪੂਰੀ ਦੀ ਪੂਰੀ ਸਮਾਜ ਹੀ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਾ ਹੈ। ਜੀ ਫਿਲਹਾਲ ਇਸ ਫਿਲਮ ਤੇ ਪ੍ਰਤੀਕਰਮ ਸੀਗਾ ਜੀ, ਜਿਹੜਾ ਸੱਤਾ ਪ੍ਰਤੀਕਰਮ ਸੀ ਉਹ ਕੋਈ ਵੱਡੇ ਪ੍ਰਤੀਕ ਵਾਲੀ ਗੱਲ ਨਹੀਂ, ਛੋਟੇ ਦੀ ਸੀਗੀ। ਉਹਦੇ 'ਚ ਇਹ ਹੈ ਕਿ ਜਿਹੜੀ ਸਾਡੇ ਪੋਲੀਟੀਕਲ ਕਲਾਸ ਇਨ ਜਨਰਲ ਤੇ ਖਾਸ ਕਰਕੇ ਕਈ ਗਰੁੱਪਸ ਜਿਹੜੇ ਪੈਦਾ ਹੋ ਚੁੱਕੇ ਨੇ ਮਸ਼ਰੂ, ਉਹਨਾਂ ਦਾ ਨਾ ਰਿਐਕਸ਼ਨ ਕਿਸੇ ਵੀ ਸਥਿਤੀ ਨੂੰ ਨੀਜਰ ਰਿਐਕਸ਼ਨ ਹੁੰਦਾ ਜੀ, ਤੇ ਵੋਲੈਟਿਲਿਟੀ ਹੈ ਜਿਹੜੀ ਉਹ ਪੈਦਾ ਕੀਤੀ ਜਾਂਦੀ, ਉਹ ਪੋਲੀਟੀਕਲੀ ਸੂਟ ਵੀ ਕਰਦੀ ਹੈ। ਉਹਦੇ 'ਚ ਕੋਈ ਬਹੁਤੀ ਗੰਭੀਰ ਵਿਚਾਰ ਜਾਂ ਉਹਨਾਂ ਦੀ ਆਪਣੀ ਵੀ ਨਹੀਂ ਲੱਗੀ ਹੁੰਦੀ, ਨਾ ਹੀ ਉਹ ਗੰਭੀਰਤਾ ਨਾਲ ਮੁੱਦੇ ਨੂੰ ਲਿਆ ਜਾਂਦਾ। ਉਹ ਇਸ ਤਰ੍ਹਾਂ ਰਿਐਕਸ਼ਨ ਪੈਦਾ ਹੁੰਦਾ। ਜਿਹੜੇ ਸਰਕਾਰਾਂ ਨੇ ਵੀ ਰਿਐਕਟ ਕੀਤਾ ਉਹ ਨੀਜਰ ਰਿਐਕਸ਼ਨ ਨਹੀਂ ਸੀਗੀ। ਸਰਕਾਰਾਂ ਦਾ ਦੋ ਤਰ੍ਹਾਂ ਦਾ ਉਹਦੇ ਦੋ ਕਾਰਨ ਸੀਗੇ ਜੀ। ਇੱਕ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ, ਕਿਉਂਕਿ ਮਈ 2009 ਚ ਜੀ ਪੰਜਾਬ ਵੀ ਸੀਰੀਅਸ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਚੁੱਕਾ, ਜਿਹਦੇ ਚ ਆਲਮੋਸਟ ਕਾਸਟ ਕਨਫਲਿਕਟ ਵਰਗੀ ਸਥਿਤੀ ਪੈਦਾ ਹੋ ਗਈ ਸੀ ਰਾਈਟਿੰਗ ਤੋਂ। ਦੂਜਾ ਕਿ ਜਿਹੜੀ ਵੀ ਪਾਰਟੀ ਹੈ ਸੱਤਾਧਾਰੀ ਹੈ, ਉਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕੋਈ ਤਬਕਾ ਉਹਦੀਆਂ ਵੋਟਾਂ ਜਦੋਂ ਕਿ ਇਲੈਕਸ਼ਨ ਇੰਨੇ ਲਾਗੇ ਨੇ ਜੀ ਤੇ ਨਾਰਾਜ਼ ਨਾ ਹੋ ਜਾਏ। ਇਹ ਤਾਂ ਸੀਗਾ ਇਹਦੇ ਪਾਬੰਦੀ ਦੇ ਤੁਰੰਤ ਜਿਹੜੇ ਕਾਰਨ, ਜਿਹੜੇ ਕਿ ਕੋਈ ਵੱਡੇ ਪ੍ਰਪੇਖ ਮੈਨੂੰ ਨਹੀਂ ਨਜ਼ਰ ਆਉਂਦੇ, ਛੋਟੇ ਪੋਲੀਟਿਕ ਮਤਲਬ ਸਥਾਨਕ ਪੋਲੀਟੀਕਲ ਗੇਮ ਸੀਗੇ ਜੀ। ਜਿਹੜੀ ਰਿਐਕਸ਼ਨ ਕਮਿਊਨਿਟੀ ਦੇ ਦਲਿਤ ਕਮਿਊਨਿਟੀ ਦੇ ਆਈਡੀਓਲੌਗਸ ਦਾ ਇੰਟੈਲੈਕਚੁਅਲ ਦਾ ਸੀਗਾ, ਉਹ ਬੜਾ ਦਿਲਚਸਪ ਸੀ ਜੀ। ਉਹਨਾਂ ਚੋਂ ਕਿਸੇ ਚੰਗੇ ਆਈਡੀਓਲੌਗ ਨੇ, ਪ੍ਰਮੁੱਖ ਆਈਡੀਓਲੌਗ ਨੇ, ਚੰਗੇ ਦਾ ਮਤਲਬ ਮੇਰਾ ਇਹ ਨਹੀਂ ਕਿਹਾ ਕਿ ਫਿਲਮ ਨਾ ਦਿਖਾਈ ਜਾਵੇ। ਹਾਂਜੀ, ਉਹ ਬਹੁਤ ਹੀ ਮੈਚੁਰ, ਉਹ ਕਹਿੰਦੇ ਸੀ ਕਿ ਜੇ ਫਿਲਮ 'ਚ ਕੁਝ ਇਤਰਾਜ਼ਯੋਗ ਵੀ ਲੱਗਦਾ ਤਾਂ ਉਹ ਦੋ ਤਰ੍ਹਾਂ ਨਾਲ ਰਿਐਲਿਟੀ ਨੂੰ ਦਿਖਾਉਂਦਾ ਜੀ। ਇੱਕ ਜਿਹੜੀ ਰਿਐਲਿਟੀ ਹੈ ਹੀ ਹੈ ਸਾਡੇ ਸਾਹਮਣੇ ਜੀ, ਦੂਜੀ ਉਹ ਕਿ ਸਾਡੇ ਕੋਲ ਇਹ ਮੌਕਾ ਕਿ ਐਲੀਟ ਮੀਡੀਆ, ਕ੍ਰੀਏਟਿਵ ਲੋਕ ਇਸ ਮੁੱਦੇ ਨੂੰ ਕਿਵੇਂ ਦੇਖਦੇ ਨੇ, ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਨੇ ਜੀ। ਫਿਲਮ ਸਾਨੂੰ ਰਿਐਲਿਟੀ ਲੱਗਦੀ ਹੈ, ਪਰ ਅਲਟੀਮੇਟਲੀ ਉਹ ਜਿਹੜਾ ਡਾਇਰੈਕਟਰ ਹੈ, ਰਾਈਟਰ ਹੈ ਜੀ, ਉਹਦੀ ਜਿਹੜੀ ਇੱਕ ਆਪਣਾ ਵਿਚਾਰਧਾਰਕ ਉਹਦੀ ਬੈਕਗਰਾਉਂਡ ਹੈ ਜੀ, ਉਹਨੂੰ ਉਹ ਰਿਫਲੈਕਟ ਕਰਦੀ ਹੈ। ਇਹਨਾਂ ਦਾ ਵੀ ਇਹ ਸੀ ਕਿ ਇਹ ਮਿਰਰ ਕਰ ਰਹੀ ਹੈ ਕਾਫੀ ਹੱਦ ਤੱਕ ਰਿਐਲਿਟੀ ਨੂੰ ਜੀ, ਪਲਾਂਟੇਸ਼ਨ ਦੀ ਜਿਹੜੀ ਦਲਿਤ ਤੇ ਹੋ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਇੰਟੈਲੈਕਚੁਅਲ ਕਲਾਸ ਆ ਉਹਦਾ ਹਿੱਸਾ, ਇਨਫਲੂਐਂਸ਼ੀਅਲ ਹਿੱਸਾ ਕਿੱਦਾਂ ਸੋਚਦਾ ਇਸ ਗੱਲ ਤੇ ਜੀ, ਦਲਿਤਾਂ ਨੂੰ ਉਹ ਵੀ ਪਤਾ ਲੱਗੇ ਕਿ ਉਹ ਕਿੱਦਾਂ ਸੋਚਦਾ, ਇਹਦੇ ਨਾਲ ਉਹਨਾਂ ਦੀ ਚੇਤਨਾ ਆਏਗੀ, ਇਹਦੇ ਨਾਲ ਮਾੜੀ ਗੱਲ ਕੋਈ ਨਹੀਂ। ਇੱਕ ਇਹ ਵੀ ਹੈ ਕਿ ਜਿਹੜੀ ਫਿਲਮਸ ਵਗੈਰਾ ਤੇ ਨਾ, ਜਿਹੜੀ ਜਿੱਦਾਂ ਕਿਤਾਬ ਤੇ ਜਾਂ ਫਿਲਮ ਤੇ ਜਦੋਂ ਕਿਸੇ ਪਾਬੰਦੀ ਦੀ ਗੱਲ ਤੁਰੇ ਜੀ, ਉਹਦੇ 'ਚ ਰਿਐਕਸ਼ਨ ਜਿਹੜਾ ਉਹ ਭਾਵਕ ਜ਼ਿਆਦਾ ਹੁੰਦਾ। ਜ਼ਰੂਰੀ ਨਹੀਂ ਉਹਦੇ 'ਚ ਸੱਚਾਈ ਹੋਵੇ ਸਾਰੀ, ਉਹ ਸੱਚਾਈ ਤੇ ਆਧਾਰਿਤ ਹੋਵੇ ਜੀ ਜੀ। ਇਸ ਫਿਲਮ 'ਚ ਕਾਫੀ ਕੁਛ ਇਸ ਬਾਰੇ ਵੀ ਹੈ ਕਿ ਜਿਹੜੀ ਆ ਪੈਦਾ ਹੋ ਗਈ ਹੈ ਕੋਚਿੰਗ ਇੰਡਸਟਰੀ ਜੀ, ਇਹਦੇ ਵੀ ਵਿਅੰਗ ਹੈਗਾ। ਰੈਜ਼ਰਵੇਸ਼ਨ ਜਿਹੜਾ ਨਾਂ ਬੜਾ ਇਫੈਕਟਿਵ ਆ, ਉਹਦੇ ਵਿੱਚ ਰੈਜ਼ਰਵੇਸ਼ਨ ਦੇ ਮੁੱਦੇ ਨਾਲੋਂ ਜ਼ਿਆਦਾ ਵੀ ਕੋਚਿੰਗ ਇੰਡਸਟਰੀ ਤੇ ਵੀ ਕਾਫੀ ਵਿਅੰਗ ਆ। ਬਿਲਕੁਲ ਬਿਲਕੁਲ। ਪਰ ਗੱਲ ਇਹ ਹੁੰਦਾ ਹੈ ਕਿ ਕਿਸੇ ਕਿਤਾਬ ਤੇ ਵੀ ਜਦੋਂ ਕੋਈ ਪਾਬੰਦੀ ਲੱਗਦੀ, ਜਦੋਂ ਰੌਲਾ ਪੈਂਦਾ, ਤਾਂ ਜ਼ਰੂਰੀ ਨਹੀਂ ਹੁੰਦੀ ਸਾਰੇ ਪੜ੍ਹੀ ਹੋਵੇ, ਸਾਰਿਆਂ ਨੂੰ ਉਸ ਬਾਰੇ ਪਤਾ ਹੋਵੇ, ਸਾਰੇ ਉਹਦੀਆਂ ਸਾਰੀਆਂ ਡਾਇਮੈਂਸ਼ਨਸ ਨੂੰ ਸਮਝ ਸਕਦੇ ਹੋਣ। ਉਹ ਇੱਕ ਵੋਲੇਟਾਈਲ ਜਾਂ ਇਮੋਸ਼ਨਲ ਇਸ਼ੂ ਬਣ ਕੇ ਰੌਲਾ ਪੈਂਦਾ ਜੀ, ਜੋ ਫਿਰ ਲੋਕੀ ਉਸੇ ਤਰ੍ਹਾਂ ਰਿਐਕਟ ਕਰਦੇ ਨੇ, ਵੋਲੇਟਾਈਲ ਮਾਹੌਲ ਬਣ ਜਾਂਦਾ ਜੀ। ਉਹ ਸਰਕਾਰਾਂ ਪਾਬੰਦੀ ਪਾਉਣ ਦੀ ਵਾਲੀਆਂ ਗੱਲ ਉੱਪਰ ਕਰਦੀ ਜੀ। ਤੇ ਇਹ ਜਿਹੜਾ ਹੈਗਾ, ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ, ਜਿਹੜੇ ਇਤਰਾਜ਼ ਕਰਨ ਵਾਲੇ ਜਾਂ ਉਸ ਦੇ ਵਿਰੋਧ ਬੋਲਣ ਵਾਲੇ ਉਹ ਕੇਵਲ ਨਾਅਰੇ ਮਾਰਨ ਵਾਲੇ ਹੁੰਦੇ ਹਨ। ਪਰ ਜਿਵੇਂ ਅਸੀਂ ਵੇਖ ਰਹੇ ਹਾਂ, ਉਸ ਦਾ ਜਿਹੜਾ ਹਿੱਸਾ ਅਖਬਾਰਾਂ 'ਚ ਆਇਆ ਹੈ ਜਾਂ ਹੁਣ ਤਾਂ ਉਹ ਫਿਲਮ ਵੀ ਬਾਹਰ ਆ ਗਈ ਹੈ, ਪਰ ਇੱਕ ਗੱਲ ਤਾਂ ਸਹੀ ਹੈ ਕਿ ਜੋ ਕੁਝ ਉਹਦੇ ਵਿੱਚ ਦਿਖਾਇਆ ਗਿਆ ਉਹ ਬਿਲਕੁਲ ਅਸਲੀਅਤ ਔਰ ਤੱਥਾਂ ਦੇ ਉੱਤੇ ਹੈ ਔਰ ਇਹ ਸਾਰਾ ਕੁਝ ਹੁੰਦਾ ਹੈਗਾ। ਫਿਰ ਇਸ ਨੂੰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਹਨੂੰ ਉਹਨਾਂ ਦਾ ਜਿਹੜਾ ਚਿਤਨ ਵਰਗ ਹੈ ਉਹ ਚਾਹੁੰਦਾ ਹੈ ਕਿ ਇਸ ਨੂੰ ਕੀਤਾ ਜਾਏ ਔਰ ਦਿਖਾਇਆ ਜਾਏ। ਇਹਦੇ ਤੇ ਹੁਣ ਫਿਰ ਓਵਰਆਲ ਕਿੱਥੇ ਤੱਕ ਗੱਲ ਨਿਬੜੀ ਹੈ? ਕੀ ਦੂਸਰੇ ਪਾਸਿਓਂ ਵੀ ਇਸ ਦੇ ਲਈ ਹੁਣ ਕਿਧਰੇ ਹੋ ਰਿਹਾ ਕਿ ਨਹੀਂ, ਇਹਨੂੰ ਨਾ ਦਿਖਾਇਆ ਜਾਏ? ਨਹੀਂ, ਇਦਾਂ ਦੀ
ਕੋਈ ਗੱਲ ਨਹੀਂ। ਪਹਿਲਾਂ ਜਿਹੜਾ ਇਹਦੇ ਤੇ ਰਿਐਕਸ਼ਨ ਸੀਗਾ ਉਹ ਕੁਝ ਬਹੁਤ ਛੋਟੇ ਤਬਕੇ ਵੱਲੋਂ ਸੀਗਾ, ਪਰ ਉਹ ਗਰਮ ਭਾਸ਼ਾ ਸੀਗਾ। ਜੀ ਜੀ ਸਰਕਾਰ ਨੇ ਕੁਛ ਨਹੀਂ ਹੋਇਆ, ਕੋਈ ਡੈਮੋਨਸਟ੍ਰੇਸ਼ਨ ਨਹੀਂ ਹੋਈ, ਕੁਛ ਨਹੀਂ ਹੋਇਆ ਜੀ। ਸਰਕਾਰ ਨੇ ਫਟਾਫਟ ਪਾਬੰਦੀ ਲਾ ਦਿੱਤੀ। ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਹੋਇਆ ਉਹ ਬੜੇ ਪ੍ਰੋਮੀਨੈਂਟ ਨਾਂ ਸੀਗੇ ਜਿਨ੍ਹਾਂ ਲੋਕਾਂ ਨੇ ਰਿਐਕਟ ਕੀਤਾ, ਜਿਵੇਂ ਚਮਾਰ ਮਹਾਂ ਸਭਾ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਰਿਐਕਟ ਕੀਤਾ ਕਿ ਫਿਲਮ ਦਿਖਾਈ ਜਾਵੇ। ਜੀ ਲਾਹੌਰੀ ਰਾਮ ਬਾਲੀ ਨੇ ਪੰਜਾਬ ਦੇ ਸਭ ਤੋਂ ਪੁਰਾਣੇ ਅੰਬੇਡਕਰਾਈਟ ਨੇ, ਬਿਲਕੁਲ ਬਿਲਕੁਲ ਹੈਗੇ ਆ। ਡਾਕਟਰ ਅੰਬੇਦਕਰ ਨਾਲ ਵੀ ਉਹਨਾਂ ਨੇ ਕੰਮ ਕੀਤਾ, 60 ਸਾਲ ਹੋ ਗਏ ਉਹਨਾਂ ਨੂੰ ਜੀ ਚੁੱਕੇ ਕੰਮ ਕਰਦੇ ਆ। ਜੀ 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 ਉਹ ਬੜੇ ਸਟਰੋਂਗ ਵੋਟਰੀ ਸੀਗੇ ਕਿ ਇਹਨੂੰ ਦਿਖਾਇਆ ਜਾਵੇ। ਐਡਵੋਕੇਟ ਨੇ ਸੰਤੋਖ ਸੈਸਲ ਵਿਰਦੀ, ਜੀ ਪ੍ਰੋਮੀਨੈਂਟ ਰਾਈਟਰ ਨੇ ਜੀ, ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਦੇ ਕਨਵੀਨਰ ਸਤੀਸ਼ ਭਾਰਤੀ ਨੇ ਮੇਰੀ ਗੱਲ ਮਤਲਬ ਇਹਨਾਂ ਲੋਕਾਂ ਦਾ ਕੋਈ ਇਹ ਨਹੀਂ ਕਿ ਸੈਕੰਡ ਥਾਟ ਸੀ। ਹਾਂਜੀ, देयर instant reaction was that film should be shown। ਹਾਂਜੀ ਹਾਂਜੀ ਹਾਂਜੀ। ਜਿਵੇਂ ਜਿਹੜੀ ਮੈਚੁਰਿਟੀ ਦਾ ਲੈਵਲ ਆ ਦਲਿਤ ਮੂਵਮੈਂਟ ਦਾ ਉਹਨੂੰ ਵੀ ਰਿਫਲੈਕਟ ਕਰਦੀ ਹੈ ਜੀ। ਇਹਦਾ ਮਤਲਬ ਉਹਨਾਂ ਦਾ ਚੇਤਨਤਾ ਦਾ ਔਰ ਸੂਝ ਦਾ ਲੈਵਲ ਜਿਹੜਾ ਹੈ ਉਹ ਕੇਵਲ ਨਾਅਰੇਬਾਜ਼ੀ ਔਰ ਡੈਮੋਨਸਟ੍ਰੇਸ਼ਨ ਤੋਂ ਜਾਂ ਸੜਕੀ ਮੁਜ਼ਾਹਰਿਆਂ ਤੋਂ ਉੱਤੇ ਉੱਠ ਕੇ ਹੁਣ ਕੁਝ ਗੰਭੀਰਤਾ ਵੱਲ ਜਾ ਰਿਹਾ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਨਹੀਂ, ਇਦਾਂ ਹੁੰਦਾ ਕਿ ਹਰੇਕ ਤਬਕੇ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ। ਇਹ ਜਿਹੜੇ ਮੈਂ ਨਾਂ ਲਏ ਨੇ ਜੀ, ਇਹ ਲੋਕ ਭਾਵੇਂ ਉਹ ਕਿਸੇ ਸਥਿਤੀ ਤੇ ਰਿਐਕਸ਼ਨ ਇਹਨਾਂ ਦਾ ਤਿੱਖਾ ਵੀ ਹੋਵੇ ਜੀ, ਪਰ ਉਹਦੇ 'ਚ ਇੱਕ ਮੈਚੁਰਿਟੀ ਰਹੀ ਹੈ ਪਹਿਲਾਂ ਵੀ। ਬਿਲਕੁਲ ਜੀ। ਮੈਨੂੰ ਯਾਦ ਹੈ ਤਲਮ ਤੇ ਲਾਹੌਰੀ ਰਾਮ ਬਾਲੀ ਉਹਨਾਂ ਦਾ ਕਾਫੀ ਅਗਰੈਸਿਵ ਸਟੈਂਡ ਸੀਗਾ, ਬਟ ਕਈ ਸਿਚੁਏਸ਼ਨਸ ਦੇ ਵਿੱਚ ਉਹ ਚਾਹੀਦਾ ਵੀ ਹੁੰਦਾ ਨਾ ਜੀ, ਉਹ ਠੀਕ ਵੀ ਹੁੰਦਾ ਜੀ। ਮਤਲਬ ਉਹ ਇਹ ਹੈ ਕਿ ਵੈਸੇ ਇਹ ਗੱਲ ਹੈ ਕਿ ਹਰੇਕ ਤਬਕੇ ਕਈਆਂ ਦਾ ਕਈ ਵਾਰ ਤੁਹਾਡੀ ਗਰਮ ਰਿਐਕਸ਼ਨ ਵੀ ਬੜਾ ਸੋਚਿਆ ਸਮਝਿਆ ਹੁੰਦਾ, ਕਈ ਵਾਰੀ ਕੁਝ ਵੀ ਨਹੀਂ ਹੁੰਦਾ ਉਹਦੇ, ਕਈ ਵਾਰੀ ਠੰਡਾ ਰਿਐਕਸ਼ਨ 'ਚ ਵੀ ਕੁਝ ਨਹੀਂ ਹੁੰਦਾ ਜੀ। ਭਾਵੇਂ ਵੀ ਇਹ ਜਿਹੜਾ ਇਸ ਦਲਿਤ ਮੂਵਮੈਂਟ ਦੇ ਵਿੱਚ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੇ ਹੈਗੇ ਨੇ, ਮਤਲਬ ਇੱਕਦਮ ਰਿਐਕਟ ਕਰਨ ਵਾਲੇ ਵੀ, ਸੋਚ ਸਮਝ ਕੇ ਰਿਐਕਟ ਕਰਨ ਵਾਲੇ ਵੀ, ਤੇ ਉਹਦੀਆਂ ਡਾਇਮੈਂਸ਼ਨਸ ਨੂੰ ਵੱਖ-ਵੱਖ ਡਾਇਮੈਂਸ਼ਨਸ ਨੂੰ ਸਮਝ ਕੇ ਉਹਨੂੰ ਗ੍ਰਾਸਪ ਕਰਨ ਵਾਲੇ ਦੀ ਸਮਰੱਥਾ ਵਾਲੇ ਬੰਦੇ ਵੀ ਇਹਨਾਂ ਕਾਫੀ ਜੀ। ਆਈਪੀ ਸਿੰਘ ਜੀ, ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਇਹਦੇ ਤੇ ਜਿਹੜਾ ਇਤਰਾਜ਼ ਜਾਂ ਆਬਜੈਕਸ਼ਨ ਜਾਂ ਜੋ ਕੁਝ ਵੀ ਹੋਇਆ ਉਹ ਸਿਰਫ ਪੰਜਾਬ ਤੱਕ ਹੀ ਸੀਮਿਤ ਸੀ ਜਾਂ ਦੂਜੇ ਸੂਬਿਆਂ 'ਚ, ਕਿਉਂਕਿ ਬਾਕੀ ਥਾਵਾਂ ਦੇ ਉੱਤੇ ਵੀ ਬੈਨ ਲੱਗਾ, ਉਹਨਾਂ ਸੂਬਿਆਂ 'ਚ ਕੀ ਪੋਜੀਸ਼ਨ ਸੀ? ਅਸੀਂ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ, ਤੁਸੀਂ ਲਾਈਨ ਤੇ ਰਹਿਣਾ। ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਆਰਕਸ਼ਣ ਫਿਲਮ ਜਿਹੜੀ ਕਿ ਰਿਜ਼ਰਵੇਸ਼ਨ ਦੇ ਉੱਤੇ ਫਿਲਮ ਆਈ ਸੀ, ਜਿਸ ਦੀ ਪਾਬੰਦੀ ਦੀ ਗੱਲ ਕੀਤੀ ਗਈ ਔਰ ਬਾਅਦ ਵਿੱਚ ਉਹਨਾਂ ਹੀ ਲੋਕਾਂ ਵੱਲੋਂ ਇਹ ਪਾਬੰਦੀ ਜੋ ਲਗਾਈ ਗਈ ਹੈ ਇਸ ਨੂੰ ਹਟਾਉਣ ਦੀ ਗੱਲ ਕੀਤੀ। ਸਾਡੇ ਨਾਲ ਸੀਨੀਅਰ ਪੱਤਰਕਾਰ ਆਈਪੀ ਸਿੰਘ ਜੀ ਮੌਜੂਦ ਹਨ। ਆਈਪੀ ਸਿੰਘ ਜੀ, ਵਕਫੇ ਦੇ ਬਾਅਦ ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਹਾਂਜੀ ਧੰਨਵਾਦ। ਹਾਂਜੀ ਆਈਪੀ ਸਿੰਘ ਜੀ, ਇੱਕ ਬੜੀ ਕਈ ਵਾਰ ਤਾਂ ਬਹੁਤ ਫਖਰ ਵੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜ਼ਾਤ ਪਾਤ ਦੇ ਖਿਲਾਫ ਜਿਹੜੀ ਲੜਾਈ, ਜਿਹੜੀ ਮੁਹਿੰਮ ਗੁਰੂ ਸਾਹਿਬਾਨ ਨੇ ਜਿਹੜੀ ਵਿੱਢੀ ਔਰ ਇਤਨੇ ਕਾਮਯਾਬ ਤਰੀਕੇ ਨਾਲ ਵਿੱਢੀ, ਧਾਰਮਿਕ ਤੌਰ ਦੇ ਉੱਤੇ ਭਾਵੇਂ ਹਰਮੰਦਰ ਸਾਹਿਬ ਦੇ ਗ੍ਰੰਥੀ ਹੋਣ, ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਲੰਗਰ ਦੀ ਹੋਏ, ਪੰਗਤ ਦੀ ਹੋਏ, ਸੰਗਤ ਦੀ ਹੋਏ, ਇਸ ਮਾਰੂ ਹਮਲੇ ਨੂੰ ਪੂਰੀ ਤਰ੍ਹਾਂ ਨਿਰਸਤ ਕਰ ਦਿੱਤਾ ਗਿਆ, ਪਛਾੜ ਦਿੱਤਾ ਗਿਆ। ਇਸ ਦੇ ਬਾਵਜੂਦ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹੀ ਸਮਾਜਿਕ ਤੌਰ ਦੇ ਉੱਤੇ ਇਹ ਨਾਸੂਰ ਔਰ ਇਹ ਬਿਮਾਰੀ ਬਲਕਿ ਵੱਧਦੀ ਹੀ ਗਈ? ਕੀ ਇਸ ਦਾ ਇੱਕ ਕਾਰਨ ਇਹ ਲਿਆ ਜਾਏ ਕਿ ਇਸ ਦੀ ਬੁਨਿਆਦ ਜਾਂ ਇਸ ਦੀ ਸ਼ੁਰੂਆਤ ਸ਼ਾਸਤਰਾਂ ਦੇ ਵਿੱਚ ਨਿਹਿਤ ਹੈ, ਸ਼ਾਸਤਰ ਆਧਾਰਿਤ ਹੈ ਕਿ ਜੇਕਰ ਕਾਸਟ ਸਿਸਟਮ ਨਹੀਂ ਹੋਏਗੀ ਤਾਂ ਉਹ ਧਰਮ ਹੀ ਨਹੀਂ ਰਹਿੰਦਾ, ਜਾਂ ਇਸ ਦੇ ਪਿੱਛੇ ਹੋਰ ਕੀ ਕਾਰਨ ਹੈ? ਤੇ ਕੀ ਕੋਈ ਨਿਕਟ ਭਵਿੱਖ ਦੇ ਵਿੱਚ ਕੋਈ ਆਸ ਹੈ
ਕਿ ਇਸ ਤੋਂ ਨਿਜਾਤ ਮਿਲੇਗੀ। ਇਹਦੇ ਬਾਰੇ ਆਪ ਦੇ ਕੀ ਵਿਚਾਰ ਹੈ? ਦੇਖੋ, ਇਹ ਭਾਵੇਂ ਸ਼ਾਸਤਰਾਂ 'ਚ ਇਹਦੀ ਨਹੀਂ ਹੈ, ਉਹਦੇ ਕਰਕੇ ਉਹ ਵੀ ਇਹ ਕਾਰਨ ਹੋਏਗਾ। ਇੱਕ ਗੱਲ ਹੈ ਕਿ ਇਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ, ਜੀ, ਭਾਵੇਂ ਉਹ ਨੇ ਜਿਹੜੇ ਓਪਰੈਸਰ ਰਹੇ ਨੇ, ਭਾਵੇਂ ਉਹ ਨੇ ਜਿਹੜੇ ਓਪਰੈਸਡ ਨੇ, ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਾਸਟ ਬਹੁਤ ਡੂੰਘੀ ਬੈਠੀ ਹੋਈ ਹੈ। ਜਿਵੇਂ ਹੁਣ ਜੇ ਤੁਸੀਂ ਦੇਖੋ, ਜਿਹੜੀ ਕਾਸਟ ਆਇਡੈਂਟੀਟੀ ਦੀ ਪਛਾਣ ਹੈ, ਆਇਡੈਂਟੀਟੀ ਹੈ ਜੀ, ਉਹਦੀ ਕਾਸਟ ਦੀ ਪਛਾਣ ਹੈ, ਫਿਰ ਕੀ ਅਸਰਸ਼ਨ ਹੈ ਜੀ, ਉਹ ਜਿਹੜੇ ਦਲਿਤ ਵਰਗ ਹੁਣ ਸਭ ਤੋਂ ਜ਼ਿਆਦਾ ਸ਼ਾਇਦ ਜੀ, ਉਹਦੇ 'ਚ ਜਿਹੜੀ ਕਾਸਟ ਦੇ ਪ੍ਰਤੀ ਕੌਨਸ਼ੀਅਸਨੈਸ ਔਰ ਅਸਰਸ਼ਨ ਹੈ, ਜੀ, ਉਹ ਉੱਚੇ ਸੋ ਕਾਲ ਉੱਚੇ ਤਬਕੇ ਨਾਲੋਂ ਵੀ ਸ਼ਾਇਦ ਜ਼ਿਆਦਾ ਹੋਵੇ ਜੀ। ਉਹਦਾ ਦੇਖੋ, ਪੰਜਾਬ ਦੇ ਵਿੱਚ ਜਿਹੜਾ BSP ਦੇ ਬਹੁਤਾ ਕਾਮਯਾਬ ਨਾ ਹੋਣ ਦਾ ਇੱਕ ਕਾਰਨ ਸਿੱਖ ਮੂਵਮੈਂਟ, ਜੀ, ਕਿਉਂਕਿ ਜਦੋਂ ਰਿਐਕਸ਼ਨਰੀ ਮੂਵਮੈਂਟ ਹੁੰਦੀ ਹੈ ਕੋਈ, ਉਹਦੇ ਲਈ ਬੜਾ ਸਟਰੋਂਗ ਐਕਸ਼ਨ ਚਾਹੀਦਾ ਹੁੰਦਾ ਹੈ। ਪੰਜਾਬ ਦੇ ਵਿੱਚ ਕਾਸਟ ਸਿਸਟਮ ਸਿੱਖ ਮੂਵਮੈਂਟ ਦੀ ਦੇਣ ਕਰਕੇ ਇੰਨਾ ਅਟਰੋਸ਼ੀਅਸ ਜਾਂ ਅਤਿਆਚਾਰੀ ਨਹੀਂ ਰਿਹਾ, ਜਿਹਦੇ ਕਰਕੇ ਰਿਐਕਸ਼ਨ ਯੂਪੀ ਵਰਗਾ ਹੁੰਦਾ। ਯੂਪੀ 'ਚ BSP ਦੀ ਸਰਕਾਰ ਬਣ, ਪੰਜਾਬ 'ਚ ਉਹ ਵੋਟ ਉਹਨਾਂ ਦੀ 7% ਤੋਂ ਵੱਧ ਨਹੀਂ ਸਕੀ। 7%, 7 ਪੁਆਇੰਟ ਸਮਥਿੰਗ, ਦੈਟ ਵਾਸ ਦੀ ਮੈਕਸਿਮਮ ਸ਼ੇਅਰ ਜਿਹੜਾ ਉਹਨਾਂ ਨੇ ਆਪਣੇ ਆਪ ਲਿਆ BSP ਨੇ। ਇਹਦਾ ਇੱਕ ਕਾਰਨ ਹੈ ਕਿ ਪੰਜਾਬ ਦੇ ਵਿੱਚ ਇਹ ਸਿੱਖ ਮੂਵਮੈਂਟ ਦਾ ਪ੍ਰਭਾਵ ਹੈ ਕਿ ਉਹ ਐਕਸ਼ਨ ਇੰਨਾ ਸਟਰੋਂਗ ਨਹੀਂ ਰਿਹਾ, ਔਰ ਐਕਸ਼ਨ ਵਾਲਾ ਇੰਨਾ ਸਟਰੋਂਗ ਨਹੀਂ ਹੋਇਆ। ਵੱਖਰੀ ਗੱਲ ਹੈ ਕਿ ਉਹ ਕਾਸਟ ਸਰਵਾਈਵ ਵੀ ਕਰ ਰਹੀ ਹੈ ਜੀ, ਪਰ ਉਹ ਉਨੀ ਅਤਿਆਚਾਰੀ ਨਹੀਂ ਹੈ। ਮਤਲਬ ਇਹ ਤੋਂ ਤੁਸੀਂ ਮੁਨੱਕਰ ਨਹੀਂ ਹੋ ਸਕਦੇ ਕਿ ਸਿੱਖ ਮੂਵਮੈਂਟ ਦੇ ਵਿੱਚੋਂ ਇੱਕ ਵਾਰੀ ਕਾਸਟ ਬਿਲਕੁਲ ਕੱਢੀ ਜਾਣ ਦੇ ਬਾਵਜੂਦ ਉਹਨੇ ਸਿਰ ਆਪਣਾ ਫਿਰ ਚੱਕ ਲਿਆ ਜੀ। ਉਹਦੇ ਪ੍ਰਭਾਵ ਤੁਸੀਂ ਸੁਸਾਇਟੀ 'ਚ ਰੋਜ਼ ਵੇਖ ਵੀ ਸਕਦੇ ਹੋ ਜੀ। ਪਛਾਣਾ ਉਸ ਆਧਾਰਿਤ, ਮਤਲਬ ਸਿੱਖ ਲੀਡਰਾਂ ਦੀ ਪਛਾਣਾ, ਧਾਰਮਿਕ ਆਗੂਆਂ ਦੀ ਪਛਾਣ 'ਚ ਵੀ ਕਈ ਵਾਰੀ ਇਹ ਗੱਲ ਆਉਂਦੀ ਹੈ ਜੀ, ਬੜੀ ਵਾਰੀ ਆਉਂਦੀ ਹੈ। ਧਾਰਮਿਕ ਸਥਾਨ ਜਿੱਦਾਂ ਪਿੰਡਾਂ ਦੇ ਵਿੱਚ ਜੱਟਾਂ ਦਾ ਤੇ ਰਵਿਦਾਸੀ ਸਿੱਖਾਂ ਦਾ ਸ਼ਮਸ਼ਾਨ ਘਾਟ ਵੀ ਜੀ 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 ਜੀ, ਮਤਲਬ ਗੁਰਦੁਆਰੇ ਵੀ ਵੰਡੇ ਗਏ। ਸ਼ਮਸ਼ਾਨ ਘਾਟਾਂ ਕਈ ਪਿੰਡਾਂ 'ਚ ਵੱਖ-ਵੱਖ ਆ ਜੀ। ਬੜੀ ਦਿਲਚਸਪ ਗੱਲ ਆ ਕਿ ਕਈ ਜਗ੍ਹਾ ਤੇ ਹੁਣ ਵੱਖ-ਵੱਖ ਸ਼ਮਸ਼ਾਨ ਘਾਟ, ਮੇਰਾ ਇੱਕ ਦੋਸਤ ਹੈ, ਉਹ ਫਿਲਹਾਲ ਸਿਆਸੀ ਤੌਰ ਤੇ ਵੀ ਸਰਗਰਮ ਆ, ਉਹਨੇ ਆਪਣੇ ਪਿੰਡ 'ਚ ਇੱਕ ਕੋਸ਼ਿਸ਼ ਕੀਤੀ ਸੀ ਕਿ ਸ਼ਮਸ਼ਾਨ ਘਾਟ ਇੱਕ ਕੀਤੀ ਜਾਵੇ ਜੀ, ਪਰ ਜਿਹੜੀ ਦਲਿਤ ਵਰਗ ਦਾ ਇੱਕ ਹਿੱਸਾ ਉਹ 'ਚ ਨਹੀਂ ਬਣਿਆ। ਇਹ ਇੱਕ ਰਿਫਲੈਕਸ਼ਨ ਹੈ, ਉਹਦੇ 'ਚ ਵੀ ਇਹਨਾਂ ਦਾ ਵੀ ਮੈਨੂੰ ਨਹੀਂ ਲੱਗਦਾ ਬਹੁਤਾ ਕਸੂਰ ਆ। ਜਿਹੜੀ ਇੱਕ ਕੌਨਸ਼ੀਅਸਨੈਸ ਔਰ ਅਸੈਪਸ਼ਨ ਹੈ ਨਾ, ਜਿਹੜੀ ਉਹਨਾਂ ਤੇ ਐਕਸ਼ਨ ਹੋਇਆ, ਜਿਹੜੀ ਚੁੰਡੀ ਵੱਢੀ ਗਈ ਉਹਨਾਂ ਨੇ ਇੰਨੇ ਸਾਲਾਂ ਤੋਂ, ਇੰਨੇ ਸਦੀਆਂ ਤੋਂ ਮਤਲਬ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ। ਪੋਲੀਟੀਕਲ ਲੈਵਲ ਤੇ ਜਿਹੜੀ ਕੌਨਸ਼ੀਅਸਨੈਸ ਉਹਨਾਂ 'ਚ ਕ੍ਰੀਏਟ ਹੋਈ ਹੈ ਜੀ, ਉਹਦੀ ਉਹ ਮੈਨੀਫੈਸਟੇਸ਼ਨ ਹੈ। ਹੁਣ ਉਹ ਅਸੈਪਸ਼ਨ ਦਾ ਜਿਹੜਾ ਉਹਨੇ ਉਹਨਾਂ ਵੱਲੋਂ ਅਸੈਪਸ਼ਨ ਦਾ ਰੂਪ ਲਿਆ ਜੀ। IPS ਸਿੰਘ ਜੀ, ਇੱਕ ਬੜਾ ਅਸੀਂ ਤੁਹਾਡੇ ਕੋਲ ਅਖੀਰਲਾ ਇੱਕ ਸਵਾਲ ਹੀ ਕਹਿ ਲਓ ਕਿ ਕੀ ਦੋ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਕਾਸਟ ਨੂੰ ਪਨਪਦੇ ਰਹਿਣ ਲਈ ਕੀ ਆਰਥਿਕ ਜਿਹੜੇ ਉਹਨਾਂ ਨੂੰ ਬੈਨੀਫਿਟ ਮਿਲਦੇ ਹੈ, ਕਾਸਟ ਬੇਸਿਸ ਦੇ ਉੱਤੇ ਡਿਪਰਾਈਵ ਹੁੰਦੇ ਹੈ ਜਾਂ ਮਿਲਦੇ ਹੈ? ਕੀ ਇਹ ਵੀ ਕਾਰਨ ਹੈ ਕਾਸਟ ਸਿਸਟਮ ਹਮੇਸ਼ਾ ਲਈ ਸਰਵਾਈਵ ਕਰਨ ਦਾ? ਔਰ ਦੂਸਰੀ ਚੀਜ਼, ਇੱਥੇ ਵੀ ਅਮਰੀਕਾ ਵਗੈਰਾ ਦੇ ਵਿੱਚ ਐਨ ਲਫ਼ਜ਼ ਬੈਨ ਕਰ ਦਿੱਤਾ ਗਿਆ, ਪਾਬੰਦੀ ਲਗਾ ਦਿੱਤੀ ਗਈ, ਪਰ ਹੈਰਾਨੀ ਹੈ ਉਸ ਲਫ਼ਜ਼ ਦੀ ਬੈਨ ਦੀ ਉਹ ਜਿਹੜੀ ਯਾਦਗਾਰ ਦਾ ਦਿਨ ਵੀ ਮਨਾਇਆ ਜਾਂਦਾ ਹੈ। ਇਹਦਾ ਮਤਲਬ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਹਟ ਜਾਣ ਦੇ ਬਾਵਜੂਦ ਵੀ ਉਹ ਨਹੀਂ ਹਟਦੀ, ਇਤਨੀ ਡੂੰਘੀ ਉਹ ਇੱਕ ਛਾਪ ਜਿਹੜੀ ਹੈ ਬੈਠੀ ਹੁੰਦੀ ਹੈ। ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੀ ਇਹ ਖਤਮ ਹੋਏਗਾ? ਕੀ ਆਰਥਿਕ ਕਾਰਨ ਹੈ ਔਰ ਕੀ ਇਹ ਹਟ ਜਾਣ ਦੇ ਬਾਵਜੂਦ ਵੀ ਮਨਾਂ 'ਚੋਂ ਹਟ ਜਾਏਗਾ? ਨਹੀਂ, ਦੇਖੋ, ਇਹ ਜਿਹੜੀ ਨਾ ਆਰਥਿਕ ਜਾਂ ਰੈਜ਼ਰਵੇਸ਼ਨ ਦੇ ਨਾਲ ਨੂੰ ਜੋੜ ਕੇ ਜੀ ਇਹ ਕਿਹਾ ਜਾਵੇ ਕਿ ਸਿਰਫ ਉਸੇ ਕਾਰਨ ਇਹ ਪਰਪੈਚੁਏਟ ਹੋ ਰਹੀ, ਇਦਾਂ ਨਹੀਂ ਹੈਗਾ। ਤੁਸੀਂ ਇਹਨੂੰ ਛੱਡ ਦਿਓ ਇੱਕ ਵਾਰੀ ਗੱਲ ਜੀ। ਤੁਸੀਂ ਦਲਿਤਾਂ ਨੂੰ ਬਾਹਰ ਕੱਢ ਕੇ, ਪਿਕਚਰ 'ਚੋਂ ਬਾਹਰ ਕੱਢ ਕੇ ਵੇਖੋ, ਤੁਹਾਨੂੰ ਲੱਗਦਾ ਕਿ ਅੱਜ ਵੀ ਪੜ੍ਹੀ ਲਿਖੀ ਕਲਾਸ 'ਚ ਵੀ ਜੀ ਬ੍ਰਾਹਮਣਾਂ ਤੇ ਖੱਤਰੀਆਂ ਦਾ ਆਪਸ 'ਚ ਰਿਸ਼ਤੇ ਹੋ ਰਹੇ ਨਹੀਂ? ਉਹੀ ਕਹਿ ਰਿਹਾ ਹਾਂਜੀ। ਤੁਹਾਨੂੰ ਲੱਗਦਾ ਹੈ ਕਿ ਖੱਤਰੀ ਸਿੱਖ ਜਿਹੜੇ ਆ ਉਹਨਾਂ ਦੇ ਜੱਟਾਂ 'ਚ ਰਿਸ਼ਤੇ ਹੋ ਰਹੇ? ਨਹੀਂ ਹੋ ਰਹੇ, ਬਹੁਤ ਘੱਟ ਆ। There are only few exceptions
ਜੀ ਜਿੱਥੇ ਜਾਂ ਤਾਂ ਮੁੰਡਾ ਕੁੜੀ ਆਪਣੀ ਮਰਜ਼ੀ ਨਾਲ ਕਰਾਉਣ ਜਾਂ ਉਹਨਾਂ ਦੇ ਮਾਪੇ ਮੰਨਣ, ਸਮਾਜ ਦੇ ਵਿੱਚੋਂ ਜਾਂ ਰਿਸ਼ਤੇਦਾਰੀ ਵਿੱਚੋਂ ਉਹਦੀ ਵਿਰੋਧਤਾ ਉਦੋਂ ਬਰਕਰਾਰ ਹੈ। ਆਵੇ ਕਿ ਜਿਹੜਾ ਕਾਸਟ ਸਿਸਟਮ ਸਿਰਫ ਦਲਿਤ ਵਰਸਸ ਅਪਰ ਕਾਸਟ ਨਹੀਂ ਹੈਗਾ, ਜਿੰਨੇ ਵੀ ਪੌਦੇ ਬਣੇ ਹੋਏ ਨੇ ਕਾਸਟ ਦੇ ਸੋ ਕਾਸਟ ਜੀ ਉਹਦੇ ਚ ਹਰ ਲੈਵਲ ਤੇ ਕਾਸਟ ਦੀ ਕੌਨਸ਼ੀਅਸਨੈਸ ਹੈਗੀ ਹੈ ਜੀ। ਮਤਲਬ ਇਹਦਾ ਇਹ ਦੇਖੋ ਜਿਹੜੀ ਇਕਨੋਮਿਕ ਆਪਾਂ ਕਹਿ ਦਿੰਦੇ ਆ ਕਿ ਇਕਨੋਮਿਕ ਕਾਰਨ ਤੇ ਰਿਜ਼ਰਵੇਸ਼ਨ ਦਿੱਤੀ ਜਾਵੇ, ਠੀਕ ਹੈ ਵੀ ਕੰਸੀਡਰ ਕੀਤਾ ਜਾਣਾ ਚਾਹੀਦਾ ਜਾਂ ਕੀਤਾ ਜਾ ਸਕਦਾ ਜੀ, ਪਰ ਦਲਿਤ ਵਰਗ ਦਾ ਹਾਲੇ ਵੀ ਇੱਕ ਵੱਡਾ ਹਿੱਸਾ ਉਹ ਗਰੀਬ ਹੈ, ਗੁਰਬਤ ਰਹਿ ਰਿਹਾ, ਵਿਤਕਰੇ ਦਾ ਸ਼ਿਕਾਰ ਹੋ ਰਿਹਾ। ਸਾਨੂੰ ਸ਼ਾਇਦ ਜਿਨ੍ਹਾਂ ਦਾ ਕਨੈਕਸ਼ਨ ਪੰਜਾਬ ਨਾਲ ਆ ਜੀ ਉਹਨਾਂ ਨੂੰ ਇਸ ਗੱਲ ਦਾ ਇੰਨਾ ਪਤਾ ਨਹੀਂ ਲੱਗਦਾ। ਮੈਨੂੰ ਕਈ ਵਾਰੀ ਮੈਂ ਸੱਚੀ ਆਪਣੇ ਦਿਲ ਦੀ ਗੱਲ ਦੱਸਦਾ, ਜਦੋਂ ਮੈਂ ਕਈ ਵਾਰੀ ਯੂਪੀ ਜਾਂ ਬਿਹਾਰ ਚੋਂ ਕਾਸਟ ਦੇ ਨਾਂ ਤੇ ਡਿਸਕ੍ਰਿਮੀਨੇਸ਼ਨ ਬਾਰੇ ਪੜ੍ਹਦਾ ਜਾਂ ਸੁਣਦਾ ਜੀ, ਮੈਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਮੈਂ ਉਹ ਗੱਲਾਂ ਇੱਥੇ ਨਹੀਂ ਵੇਖੀਆਂ ਹੋਈਆਂ। ਬਿਲਕੁਲ ਸਹੀ ਹੈ ਜੀ ਜੀ ਜੀ। ਅਸੀਂ ਉਸ ਪ੍ਰਪੇਖ ਵੇਖਦੇ ਹਾਂ ਜੀ ਜੀ। ਸਾਨੂੰ ਜਿਹੜਾ ਆਲ ਇੰਡੀਆ ਪੈਨ ਇੰਡੀਆ ਲੈਵਲ ਤੇ ਜਿਹੜਾ ਹੈਗਾ ਉਹਦਾ ਪ੍ਰਪੇਖ ਉਹ ਵੇਖਣਾ ਚਾਹੀਦਾ ਜੀ। ਆਈਪੀ ਸਿੰਘ ਜੀ, ਅਖੀਰਲਾ ਮੇਰਾ ਸਵਾਲ ਹੈ ਕਿ ਇਸ ਹਿਸਾਬ ਨਾਲ ਕੀ ਅਸੀਂ ਕਹਿ ਸਕਦੇ ਹਾਂ ਇਹ ਜਿਹੜੀ ਫਿਲਮ ਦੇ ਉੱਤੇ ਪਹਿਲਾਂ ਪਾਬੰਦੀ ਦੀ ਗੱਲ ਔਰ ਫਿਰ ਇਸ ਤੋਂ ਪਾਬੰਦੀ ਨੂੰ ਖਤਮ ਕਰਨ ਦੀ ਗੱਲ ਹੋਈ, ਘੱਟੋ ਘੱਟ ਇਸ ਦਾ ਇੱਕ ਫਾਇਦਾ ਹੋਇਆ ਕਿ ਇਸ ਮੁੱਦੇ ਦੇ ਉੱਤੇ ਕੁਝ ਸੁਚੇਤ ਵਰਗ ਜਿਹੜਾ ਹੈ ਉਹ ਇਹਦੇ ਤੇ ਕੁਝ ਚੇਤਨ ਹੋਇਆ ਔਰ ਆਪਸ ਦੇ ਵਿੱਚ ਡਾਇਲੌਗ ਦਾ, ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ। ਨਹੀਂ, ਬਿਲਕੁਲ ਇਹ ਗੱਲ ਹੈਗੀ ਹੈ, ਵੱਡਾ ਫਾਇਦਾ ਹੈ। ਇਹ ਵੀ ਹੈ ਕਿ ਕਿਸੇ ਵੀ ਕਮਿਊਨਿਟੀ ਦੇ ਵਿੱਚ ਆਮ ਤੌਰ ਤੇ ਹੁੰਦਾ ਜਿਹੜੇ ਫ੍ਰਿੰਜ ਐਲੀਮੈਂਟਸ ਹੁੰਦੇ ਨੇ ਉਹ ਤੱਤੀ ਭਾਸ਼ਾ ਬੋਲਦੇ ਨੇ ਜੀ, ਜਿਹੜੇ ਕਈ ਸੂਝਵਾਨ ਲੋਕ ਨੇ ਜੀ। ਦੇਖੋ ਡਿਫਰੈਂਟ ਓਪੀਨੀਅਨ ਹੋਲਡ ਕਰਨਾ ਤੁਹਾਡਾ ਰਾਈਟ ਹੈ ਜੀ ਜੀ, ਉਹਦੇ ਚ ਓਨੈਸਟੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਉਹ ਇੱਕ ਪਪੂਲਰ ਓਪੀਨੀਅਨ ਦੇ ਨਾਲ ਐਗਰੀ ਕਰਦੇ ਹੋ, ਤੁਸੀਂ ਓਨੈਸਟਲੀ ਵੀ ਇਹ ਫੀਲ ਕਰਦੇ ਸਕਦੇ ਹੋ ਕਿ ਜਿਹੜਾ ਇਹ ਵਾਲਾ ਓਪੀਨੀਅਨ ਆ ਆਲਟਰਨੇਟ ਓਪੀਨੀਅਨ ਠੀਕ ਹੈ। ਮਤਲਬ ਵੱਡੀ ਇਹਦੇ ਚ ਗੱਲ ਇਹ ਹੈ ਕਿ ਨਾ ਸਿਰਫ ਉਸ ਓਪੀਨੀਅਨ ਨੂੰ ਹੋਲਡ ਕਰਨਾ ਜੀ ਜੀ, ਉਸ ਓਪੀਨੀਅਨ ਨੂੰ ਪੂਰੀ ਤਰ੍ਹਾਂ ਪੱਲੇ ਠੋਕ ਕੇ ਮਤਲਬ ਲੋਕਾਂ ਸਾਹਮਣੇ ਰੱਖਣਾ ਇਹ ਵੀ ਇੱਕ ਇੰਪੋਰਟੈਂਟ ਨਿਸ਼ਾਨੀ ਹੈ, ਨਾ ਸਿਰਫ ਦਲਿਤ ਵਰਗ ਲਈ, ਬਾਕੀ ਕਮਿਊਨਿਟੀਜ਼ ਲਈ ਵੀ। ਜਿਹੜੇ ਡਾਇਵਰਜੈਂਟ ਓਪੀਨੀਅਨਸ ਨੇ ਕਮਿਊਨਿਟੀਜ਼ ਦੇ ਵਿੱਚ ਉਹ ਸਾਹਮਣੇ ਆਉਣੇ ਚਾਹੀਦੇ ਇੱਕ ਗੱਲ। ਦੂਜੀ ਗੱਲ ਕਿ ਜਿਹੜਾ ਪਪੂਲਰ ਜਾਂ ਗਰਮ ਭਾਸ਼ਾ ਆ ਸਿਰਫ ਉਹੀ ਹਮੇਸ਼ਾ ਨਹੀਂ ਪ੍ਰਵੇਲ ਕਰਦੇ। ਠੀਕ ਹੈ, ਬਿਲਕੁਲ। ਸਾਨੂੰ ਜੀ ਜੀ ਮੌਕੇ ਤੇ ਚੰਗੀ ਤਰ੍ਹਾਂ ਉਠਾਈਆਂ ਜਾਣ ਜੀ ਜੀ ਉਹ ਵੀ ਪ੍ਰਵੇਸ਼ ਕਰ ਸਕਦੀਆਂ। ਠੀਕ ਹੈ, ਬਿਲਕੁਲ। ਅਸੀਂ ਐਗਰੀ ਟੂ ਡਿਸਐਗਰੀ ਹੋਣ ਦੇ ਸਿਧਾਂਤ ਨੂੰ ਇਹ ਇੱਕ ਸਵਸਥ ਔਰ ਇੱਕ ਹੈਲਦੀ ਸਮਾਜ ਦੀ ਨਿਸ਼ਾਨੀ ਹੈ ਔਰ ਆਸ ਕੀਤੀ ਜਾਏ ਇਹ ਜੋ ਕੰਡਾ ਜਾਂ ਇਹ ਜੋ ਬਿਮਾਰੀ ਜੋ ਕਿ ਸਾਡੇ ਸਮਾਜ ਵਿੱਚ ਹੈ ਇਹ ਛੇਤੀ ਤੋਂ ਛੇਤੀ ਸਮਾਪਤ ਹੋਏ। ਆਈਪੀ ਸਿੰਘ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤਹਿ ਦਿਲੋਂ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਇਹ ਸਨ ਆਈਪੀ ਸਿੰਘ ਜਿਹੜੇ ਕਿ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਹਨ, ਕੋਰਸਪੋਂਡੈਂਟ ਹਨ। ਉਹ ਤੁਹਾਡੇ ਨਾਲ ਇਸ ਫਿਲਮ ਦੇ ਮਾਧਿਅਮ ਰਾਹੀਂ ਜੋ ਚੇਤਨਤਾ ਦੁਬਾਰਾ ਉਭਰੀ ਹੈ ਉਹਦੇ ਬਾਰੇ ਗੱਲ ਕਰ ਰਹੇ ਸਨ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਨੰਬਰਾਂ ਤੇ 7187865221 ਦੇ ਉੱਤੇ। ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਤੁਸੀਂ ਸਾਨੂੰ ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਜਗਰਾਜ ਸਿੰਘ ਜੰਮੂ ਬੋਲ ਰਿਹਾ ਜੀ। ਜੀ ਵੀਰ ਜੀ, ਹੁਕਮ ਕਰੋ ਜੀ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਤੇ ਤੁਹਾਡੀ ਆਵਾਜ਼ ਆਏਗੀ, ਨਹੀਂ ਤਾਂ ਇਕੋ ਕਰੇਗੀ ਜੀ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਦੱਸੋ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ ਜੰਮੂ ਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ। ਹੈਲੋ, ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ, ਦੱਸੋ ਕੀ ਕਹਿਣਾ ਚਾਹੁੰਦੇ ਹੋ। ਮੈਂ ਇਹ ਕਹਿਣਾ ਚਾਹੁੰਦਾ ਜੀ ਆ ਜਿਹੜੇ ਆਪਣੇ ਹੁਣ ਰੌਲਾ ਪਾਉਣ ਦੇ ਇੰਡੀਆ ਦੇ ਵਿੱਚ ਜੀ, ਇਹ ਇਹਨਾਂ ਨੂੰ ਕਿਤੇ ਚਾਈਨਾ ਬਾਰਡਰ ਤੇ ਖੜਿਆ ਕਦੇ? ਕਿਹਨਾਂ ਨੂੰ, ਕਿਹਨਾਂ ਦੀ ਗੱਲ ਕਰ ਰਹੇ ਹੋ?
ਜਿਹੜੇ ਹੁਣ ਅੰਨਾ ਹਜ਼ਾਰੇ ਦੇ ਨਾਲ ਲੱਗੇ ਆ ਹਾਂਜੀ ਤੇ ਇਹ ਸਾਰੇ ਇਹ ਨਹੀਂ ਕਿ ਵੀ ਅੰਨਾ ਹਜ਼ਾਰੇ ਦੇ ਨਾਲ ਹੀ ਲੱਗੇ ਆ, ਵਿੱਚੋਂ ਕਈ ਉਤਰਾ ਹੀ ਸੱਦ ਕੇ ਲਿਆਂਦੇ ਆ। ਠੀਕ ਹੈ, ਚਲੋ ਅੰਨਾ ਹਜ਼ਾਰੇ ਜੀ ਬਾਰੇ ਵੀ ਅਸੀਂ ਗੱਲ ਕਰਾਂਗੇ, ਸਾਨੂੰ ਸਮਾਂ ਦਿਓ, ਅਸੀਂ ਉਹਦੇ ਬਾਰੇ ਵੀ ਜ਼ਰੂਰ ਤੁਹਾਨੂੰ ਪੂਰਾ ਵੇਰਵਾ ਦੇਵਾਂਗੇ। ਧੰਨਵਾਦ। ਹੈਲੋ। ਹਾਂਜੀ ਲਾਂਬਾ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਜੀ ਠੀਕ ਠਾਕ ਜੀ, ਬਹੁਤ ਅੱਛਾ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਲਾਂਬਾ ਜੀ ਮੈਂ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ, ਆਪਾਂ ਆਰਕਸ਼ਣ ਦੇ ਬਾਰੇ ਗੱਲ ਕਰ ਰਹੇ ਹਾਂ। ਮੇਰੇ ਦਿਮਾਗ ਵਿੱਚ ਇਹ ਗੱਲ ਆ ਰਹੀ ਹੈ ਜੀ ਕਿ ਜੇਕਰ ਸਾਡੇ ਲੋਕਾਂ ਵੱਲੋਂ ਜਾਤ ਪਾਤ ਨੂੰ ਬੜਾਵਾ ਨਾ ਦਿੱਤਾ ਹੁੰਦਾ ਨਾ ਤਾਂ ਮੇਰੇ ਖਿਆਲ ਦੇ ਵਿੱਚ ਆਰਕਸ਼ਣ ਪੈਦਾ ਹੀ ਨਹੀਂ ਸੀ ਹੋਣੀ। ਜੇ ਆਪਾਂ ਇਹ ਚੀਜ਼, ਕਿਉਂਕਿ ਦੇਖੋ ਇੱਕ ਆਪਾਂ ਕਹਿ ਦਿੰਦੇ ਹਾਂ ਜੀ ਪੈਰੋਕਾਰ ਆਦਿ, ਜੀ ਜਿਹੜੇ 10 ਗੁਰੂ ਹੋਏ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਵਧੀਆ ਸਬਕ ਆਪਾਂ ਨੂੰ ਦਿੱਤਾ ਸੀਗਾ, ਮਾਨਸ ਕੀ ਜਾਤ ਸਦਾ ਇੱਕ ਹੈ ਪਹਿਚਾਨ ਕੋ। ਜੀ ਜੀ ਮੇਰਾ ਖਿਆਲ ਜੇ ਅਸੀਂ ਇਹਨੂੰ ਮੰਨ ਲੈਂਦੇ ਨੇ ਇਸੋਂ ਜੀ ਤੇ ਅੱਜ ਕੋਈ ਆਪਾਂ ਨੂੰ ਕੋਈ ਨੌਬਤ ਆਉਣੀ ਨਹੀਂ ਸੀ ਇਹੋ ਜੀ ਕਿ ਆਰਕਸ਼ਣ ਪੈਦਾ ਹੋ ਗਈ ਜੀ, ਕਿਉਂ ਹੋ ਗਈ ਜੀ, ਇਹ ਹੋਇਆ ਵੀ ਉਹ ਹੋਇਆ। ਠੀਕ ਹੈ, ਇਹ ਸਭ ਤੋਂ ਵੱਡਾ ਫੈਕਟਰ ਜਿਹੜਾ ਹੈਗਾ ਵਾ ਇਹ ਪਬਲਿਕ ਦੇ ਵਿੱਚ ਉਹਨਾਂ ਨੂੰ ਡਾਊਨਫਾਲ ਕਰਨ ਵਾਸਤੇ, ਲੋਕਾਂ ਨੂੰ ਜੋ ਡਾਊਨਫਾਲ ਕੀਤਾ ਜਾਂਦਾ ਜਾਂ ਉਹਨਾਂ ਨੂੰ ਗਲਤ ਕੁਛ ਕਿਹਾ ਜਾਂਦਾ ਹੈਗਾ ਤੇ ਉਹ ਲੋਕ ਫਿਰ ਵਿਚਾਰੇ ਉੱਠਦੇ ਨੇ ਉੱਪਰ ਨੂੰ ਤੇ ਉਹ ਇੱਕ ਮੁੱਦਾ ਬਣ ਜਾਂਦਾ ਜੀ। ਮੁੱਦਾ ਜਿਹੜਾ ਉਹ ਘੱਟ ਸਿੱਧ ਹੋ ਜਾਂਦਾ। ਬਿਲਕੁਲ ਆਸ ਸੀ ਜਿਹੜੇ ਲੋਕ ਆਰਥਿਕ ਤੌਰ ਤੇ ਕੁਝ ਖੁਸ਼ਹਾਲ ਹੋ ਜਾਣ, ਉਹ ਬਾਹਰ ਜਾਂਦੇ ਹੈ, ਕੁਝ ਉਹ ਅਗਵਾਈ ਦੇਣ, ਕੁਝ ਸੇਧ ਦੇਣ, ਪਰ ਇੱਥੇ ਆ ਕੇ ਤਾਂ ਦੇਖਿਆ ਉਹ ਹੋਰ ਜ਼ਿਆਦਾ ਉਹ ਜ਼ਾਤ ਬਰਾਦਰੀ ਬਲਕਿ ਧਾਰਮਿਕ ਸਥਾਨ ਇੱਥੇ ਵੀ ਉੱਦਾਂ ਹੀ ਵੰਡੇ ਗਏ ਔਰ ਉਸੇ ਹਵਾਲੇ ਦੇ ਨਾਲ ਹੋ ਗਿਆ। ਇਹਦਾ ਮਤਲਬ ਜੇਕਰ ਸਿੱਖੀਜ਼ਮ ਦੇ ਹੁੰਦਿਆਂ, ਗੁਰੂ ਸਾਹਿਬ ਦੇ ਉਪਦੇਸ਼ ਦੇ ਹੁੰਦਿਆਂ ਅਗਰ ਇਹ ਚੀਜ਼ ਸਮਾਪਤ ਨਹੀਂ ਹੋਈ ਫਿਰ ਇਹਨੂੰ ਕੌਣ ਕਰੇਗਾ? ਇਹ ਬਹੁਤ ਹੀ ਗੰਭੀਰ ਜੀ। ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਥੈਂਕ ਯੂ। ਵਾਹਿਗੁਰੂ ਫਤਿਹ। ਹੈਲੋ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਬਖਸ਼ਿਸ਼ ਬੋਲਦਾ ਵਰਜੀਨੀਆ ਤੋਂ। ਜੀ ਵੀਰ ਜੀ, ਹੁਕਮ ਕਰੋ। ਹਾਂਜੀ, ਬਹੁਤ ਅਹਿਮ ਮਸਲਾ ਲੈ ਕੇ ਆਏ ਹੋ ਅੱਜ ਤੁਸੀਂ ਜੀ। ਇਹ ਮੇਰੇ ਸੋਚ ਮੁਤਾਬਕ ਇਹ ਜਿਹੜਾ ਪ੍ਰੋਸੈਸ ਹੈ ਇਹਦੇ 'ਚ ਦੋ ਤਰਾਸਦੀਆਂ ਜੁੜੀਆਂ ਨੇ ਇਸ ਗਰੁੱਪ ਦੇ ਨਾਲ ਜੀ। ਇੱਕ ਤੇ ਕੈਸਟ ਹੈਗੀ ਹੈ, ਨਾਲ ਕਲਾਸ ਵੀ ਆ ਜਿਹੜੀ ਕਿ ਇਸ ਗਰੁੱਪ ਆਫ ਪੀਪਲ ਜਿਹੜੇ ਇਹਨਾਂ ਦੀ ਕਲਾਸ ਵੀ ਸ਼ੁਰੂ ਤੋਂ ਹਜ਼ਾਰਾਂ ਸਾਲਾਂ ਤੋਂ ਲੋਅਰ ਰਹੀ ਆ ਤੇ ਫਾਈਨੈਂਸ਼ੀਅਲੀ ਤੇ ਦੂਸਰੀ ਕੈਸਟ ਵੀ ਜੀ ਥੋਪੀ ਗਈ ਇਹਨਾਂ ਦੇ ਉੱਤੇ। ਜੀ 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 ਜੀ। ਜਿਹੜੀ ਕਲਾਸ ਤਾਂ ਹੁਣ ਸਾਡੇ ਜੱਟਾਂ ਦੀ ਵੀ ਜਿਹੜੀ ਚੇਂਜ ਹੋ ਕੇ ਮਜ਼ਦੂਰ ਤਬਕੇ ਦੇ ਵਿੱਚ ਜਾ ਰਹੀ ਹੈ, ਪਰ ਉਹਨਾਂ ਦੀ ਕੈਸਟ ਚੇਂਜ ਨਹੀਂ ਹੁੰਦੀ। ਜੀ ਜੀ ਜੀ। ਇਸ ਗਰੁੱਪ ਆਫ ਪੀਪਲ ਜਿਹੜੇ ਇਹਨਾਂ ਦੀ ਵੀ ਜਿਹੜੀ ਆ ਜਿੰਨਾ ਚਿਰ ਕੈਸਟ ਕਲਾਸ ਚੇਂਜ ਨਾ ਹੋਏਗੀ ਉਹਨਾਂ ਚਿਰ ਕੈਸਟ ਚੇਂਜ ਨਹੀਂ ਹੋਣੀ। ਔਰ ਕੱਲੀ ਕਲਾਸ ਚੇਂਜ ਕਰਨ ਦੇ ਨਾਲ ਵੀ ਗੱਲ ਨਹੀਂ ਬਣਨੀ ਜੇ ਕੁੱਟ ਕੇ ਸਿੱਖੀ ਦਾ ਲੜ ਕੁੱਟ ਕੇ ਫੜ ਛੱਡਦੇ। ਜੀ ਜੀ। ਇੱਕੋ ਹੀ ਇੱਕ ਤਰੀਕਾ ਸੀਗਾ ਕਿ ਸਿੱਖੀ ਦਾ ਲੜ ਘੁੱਟ ਕੇ ਫੜ ਛੱਡਦੇ। ਜਦੋਂ ਕਦੀ ਕਲਾਸ ਚੇਂਜ ਹੁੰਦੀ ਤਾਂ ਕੈਸਟ ਆਪਣੇ ਆਪ ਜਿਹੜੀ ਸੀ ਨਲ ਐਂਡ ਵਾਈਟ ਹੋ ਜਾਂਦੀ। ਹੁਣ ਇਹ ਰਿਵਰਸ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਅਸੀਂ ਰਵਿਦਾਸੀਏ ਫਿਰ ਮੂਰਤੀ ਪੂਜਾ 'ਚ ਜਾ ਵੜੇ ਤੇ ਉਹ ਜਿੰਨੇ ਗੁਰੂ ਸਾਹਿਬ ਨੇ ਜੋੜ ਕੇ ਇੱਕ ਕਲਾਸ ਪੈਦਾ ਤੇ ਇੱਕ ਕੈਸਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਾਮਯਾਬ ਵੀ ਹੋਈ ਬੜੀ ਦੂਰ ਤੱਕ। ਉਹ ਸਾਰਾ ਰਿਵਰਸ ਪ੍ਰੋਸੈਸ ਉਹਨੂੰ ਫਿਰ ਨਲੀਫਾਈਡ ਕਰੀ ਜਾ ਰਿਹਾ। ਜੀ ਬਿਲਕੁਲ। ਕਾਫੀ ਗੰਭੀਰ ਹੈ ਔਰ ਆਸ ਹੈ ਕਿ ਇਹ ਜਿਹੜੀ ਚੀਜ਼, ਇਹ ਜਿਹੜੀ ਬਿਮਾਰੀ ਹੈ, ਇਸ ਨੂੰ ਦਬਾਉਣ ਦੀ ਨਹੀਂ ਬਲਕਿ ਇਸ ਦੇ ਉੱਤੇ ਖੁੱਲ੍ਹੇਆਮ ਗੱਲ ਕਰਨ ਦੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਨੇ ਜਿਹੜੇ ਸਿਧਾਂਤ ਦਿੱਤੇ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਹਿ ਰੀਸ, ਬਲਕਿ ਜਾਤ ਕਾ ਗਰਬ ਨਾ ਕਰ ਮੂਰਖ ਕਾ ਵਾਰਾ। ਔਰ ਜਿਹੜੀ ਉਹਨਾਂ ਨੇ ਇਸ ਚੀਜ਼ ਨੂੰ ਅਮਲੀ ਤੌਰ ਦੇ ਉੱਤੇ ਲਾਗੂ ਕਰਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ। ਜਿਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਉਸ ਕਲਾਸ ਦੇ ਜਿਨ੍ਹਾਂ ਲਈ ਧਰਮ ਮੰਦਰ ਦੇ ਦਰਵਾਜ਼ੇ ਬੰਦ ਸਨ, ਵਿੱਦਿਆ ਮੰਦਰ ਦੇ ਦਰਵਾਜ਼ੇ ਬੰਦ ਸਨ, ਉਹਨਾਂ ਨੂੰ ਨਾ ਕੇਵਲ ਉਹ ਦਰਵਾਜ਼ੇ ਹੀ ਖੋਲ੍ਹੇ ਬਲਕਿ ਸਭ ਤੋਂ ਜੋ ਵਾਹੋ ਵਾਹੋ ਬਾਣੀ ਨਿਰੰਕਾਰ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦਾ ਰੁਤਬਾ, ਗੁਰਬਾਣੀ ਦਾ ਰੁਤਬਾ ਦੇ ਦਿੱਤਾ, ਜਿਹੜਾ ਇਸ ਤੋਂ ਉੱਤੇ ਕੋਈ ਰੁਤਬਾ ਸੋਚ ਵੀ ਨਹੀਂ ਸਕਦਾ। ਉਹ ਜਿਹੜਾ ਸਥਾਨ ਦਿੱਤਾ ਗਿਆ, ਆਸ ਹੈ ਕਿਧਰੇ ਅਸੀਂ ਉਸ ਮੁੱਢਲੇ ਪੈਗਾਮ ਨੂੰ ਔਰ ਗੁਰੂ ਸਾਹਿਬ ਦੀ ਉਸ ਸੋਚ ਨੂੰ ਜਾਂ ਉਸ ਸੰਦੇਸ਼ ਨੂੰ ਅਗਰ ਅਸੀਂ ਸਮਝ ਸਕਦੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਥੇ ਤੱਕ ਹੀ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। info@justpunjabi.com ਜਾਂ lamba@justpunjabi.com 'ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। ਇੱਕ ਹੋਰ ਪ੍ਰੋਗਰਾਮ ਲੈ ਕੇ ਕੱਲ੍ਹ ਸ਼ਾਮ ਨੂੰ 8:30 ਵਜੇ ਈਸਟਰਨ ਟਾਈਮ,
ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। बहुत बहुत धन्यवाद, शुक्रिया।